सिर कंप्यो पग डगमगे, नैन जोत ते हीन। को नानक एह बिद भई, तऊ नहर रस लीन। निज कर देखियो जगत में, को काहू को नाहे। नानक थिर हर भगत है, ते राखो मन माहे। जग रचना सब झूठ है, जान लियो रे मीत। कहो नानक थिर ना रहे, ज्यों बालू की पीत। राम गयो रावण गयो, जाको बो परवार। कहो नानक थिर कछ नहीं, सुपने ज्यों संसार। चिंता ताकी कीजिए, जो अनहोनी होए। ये मार्ग संसार को, नानक थिर नहीं कोए। सतगुਰਾਂ ਦੀ ਪਿਆਰੀ ਸਾਜੀ ਨਵਾਜੀ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰ ਦੇ ਪਤਵੰਤੇ ਸਤਵੰਤੇ ਗੁਰਮੁਖੋ ਤੇ ਬਾਕੀ ਵੀ ਸਾਰੇ ਗੁਰੂ ਖਾਲਸਾ ਜੀਓ, ਆਪ ਜੀ ਦੇ ਚਰਨਾਂ ਦੇ ਵਿੱਚ ਸਾਧ ਸੰਗਤ ਦੇ ਰੂਪ ਦੇ ਵਿੱਚ ਨੌਵੇਂ ਪਾਤਸ਼ਾਹ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜਿਹੜੇ ਬੈਰਾਗਮਈ ਸ਼ਲੋਕ ਹੈ, ਉਹਨਾਂ ਦੀ ਵਿਚਾਰ ਸਾਂਝੀ ਕਰਨੀ ਹੈ। ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਵੀ ਹੁਕਮ ਕਰਿਆ, ਇੱਕ ਦਿਨ ਹੋਰ ਵੀ ਇੱਕ ਦੋ ਕੁਆਟਰਸ ਤੋਂ ਇਹ ਗੱਲ ਆਈ ਹੈ ਵੀ ਕੁਛ ਨਾ ਕੁਛ ਬਾਣੀ ਦੀ ਵਿਚਾਰ ਸ਼ੁਰੂ ਕਰੀ ਜਾਵੇ। ਤੋ ਦਾਸਰਾ ਅੱਜ ਇਹਨੂੰ ਸ਼ੁਰੂਆਤ ਕਰਨ ਜਾ ਰਿਹਾ ਆਪਣੀ ਹਕੀਰ ਬੁੱਧੀ ਦੁਆਰਾ, ਕਿਉਂਕਿ ਬਾਣੀ ਦਾ ਸਮਝਣਾ ਸਾਡੀ ਸਮਝ ਤੋਂ ਕਾਫੀ ਔਖਾ ਹੈ। ਜੋ ਮਹਾਰਾਜ ਕਿਰਪਾ ਕਰਦਾ ਹੈ, ਗੁਰੂ ਥੋੜ੍ਹੀ ਬਹੁਤ ਉਨੀ ਕੁ ਸਮਝ ਆ ਜਾਂਦੀ ਹੈ, ਬਾਕੀ ਫਿਰ ਵੀ ਰਹਿ ਜਾਂਦੀ ਹੈ। ਕੋਈ ਦਾਅਵਾ ਨਹੀਂ ਹੈ ਵੀ ਇਹਦੇ ਅਰਥ ਇਹੀ ਹੈ। ਹਾਲਾਂਕਿ ਵਿਆਕਰਨ ਸਾਡੀ ਮਦਦ ਕਰ ਦਿੰਦਾ ਬਹੁਤ ਹੱਦ ਤੱਕ, ਪਰ ਫਿਰ ਵੀ ਗੁੰਜਾਇਸ਼ ਰਹਿੰਦੀ ਹੈ। ਅਲਪਾਰਥਕ ਬੁੱਧੀ ਹੈ, ਅਲਪ ਬੁੱਧੀ ਹੈ, ਫਿਰ ਵੀ ਕਿਤੇ ਨਾ ਕਿਤੇ ਕੁਛ ਨਾ ਕੁਛ ਜ਼ਰੂਰ ਭੇਦ ਰਹਿ ਸਕਦਾ। ਤੋ ਚਲੋ ਆਪਾਂ ਸਟੇਟਵੇਜ਼ ਸ਼ੁਰੂ ਕਰੀਏ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਸ਼ਲੋਕ ਪਹਿਲਾ ਨੌਵਾਂ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨ। ਕਹੋ ਨਾਨਕ ਹਰਿ ਭਜ ਮਨਾ, ਜੇ ਬਿਦ ਜਲ ਕਉ ਮੀਨ। ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਨੂੰ ਸਮਝਾਉਂਦੇ ਆ ਵੀ ਬੰਦੇ, ਤੈਂ ਗੋਬਿੰਦ ਦੇ ਗੁਣ ਤਾਂ ਗਾਏ ਨਹੀਂ, ਸਾਰਾ ਜਨਮ ਵਿਅਰਥ ਗਵਾ ਲਿਆ। ਇਹ ਸ਼ਬਦ ਸਾਧ ਸੰਗਤ ਜਿਹੜਾ ਗਾਇਓ ਹੈ, ਇਹ ਪਾਸਟ ਟੈਂਸ ਹੈ ਕਿ ਤੈਂ ਗੁਣ ਗੋਬਿੰਦ ਗਾਏ ਨਹੀਂ। ਗਾਇਓ ਭਵਿੱਖਤ ਕਾਲ ਸੰਬੋਧਨ ਨਹੀਂ ਹੈ, ਗਾਇਓ ਪਾਸਟ ਵੀ ਜਾਂਦਾ ਹੈ। ਸਾਰਾ ਗੁਰਬਾਣੀ ਦੀ ਰਚਨਾ ਹੀ ਇਸ ਤਰ੍ਹਾਂ ਕਰੀ ਹੈ ਗੁਰੂ ਮਹਾਰਾਜ ਨੇ। ਤੈਂ ਗੋਬਿੰਦ ਦੇ ਗੁਣ ਤਾਂ ਗਾਏ ਨਹੀਂ, ਸਾਰਾ ਜਨਮ ਅਕਾਰਥ ਵਿਅਰਥ ਗਵਾ ਲਿਆ। ਕਹੋ ਨਾਨਕ ਹਰਿ ਭਜ ਮਨਾ, ਜੇ ਬਿਦ ਜਲ ਕਉ। ਗੁਰੂ ਸਾਹਿਬ ਫਰਮਾਉਂਦੇ ਹੈ ਵੀ ਪਰਮਾਤਮਾ ਨੂੰ ਇਸ ਤਰ੍ਹਾਂ ਭਜੋ, ਉਹਨੂੰ ਇਸ ਤਰ੍ਹਾਂ ਯਾਦ ਕਰੋ, ਉਹਦਾ ਸਿਮਰਨ ਕਰੋ ਜਿਵੇਂ ਮੱਛੀ ਜਲ ਦਾ ਕਰਦੀ ਹੈ। ਜਲ ਤੋਂ ਬਿਨਾਂ ਮੱਛੀ ਮੀਨ ਮਰ ਜਾਂਦੀ ਹੈ, ਤੜਫਦੀ ਹੈ। ਇਸੇ ਤਰੀਕੇ ਨਾਲ ਸਾਡੇ ਅੰਦਰ ਵੀ ਤੜਫ ਪੈਦਾ ਹੋਣੀ ਚਾਹੀਦੀ ਹੈ ਪਰਮਾਤਮਾ ਪ੍ਰਤੀ। ਵਿਖਿਅਨ ਸਿਉ ਕਾਹੇ ਰਚਿਓ, ਨਿਮਖ ਨਾ ਹੋਵੈ ਉਦਾਸ। ਵਿਖਿਅਨ ਵਿਸ਼ਿਆਂ ਵਿਕਾਰਾਂ 'ਚ, ਮਾਇਆ 'ਚ, ਇਹਨਾਂ ਦੇ ਨਾਲ ਕਿਉਂ ਰਚਿਆ ਹੋਇਆ। ਕਦੇ ਵੀ ਇੱਕ ਘੜੀ ਵਾਸਤੇ ਵੀ ਉਦਾਸ ਨਹੀਂ ਹੁੰਦਾ ਇਹਨਾਂ ਤੋਂ। ਇਹ ਉਦਾਸੀ ਉਹ ਨਹੀਂ ਹੈ ਜਿਹੜੀ ਡਿਪਰੈਸ਼ਨ 'ਚ ਹੁੰਦੀ ਹੈ। ਗੁਰਬਾਣੀ ਦੇ ਆਪਣੇ ਮਤਲਬ ਹੈ ਪ੍ਰਸੰਗ ਅਨੁਸਾਰ। ਉਦਾਸ ਦਾ ਮਤਲਬ ਹੈ ਮਾਇਆ ਤੋਂ ਪਾਸੇ ਹੋਣਾ, ਆਪਣੇ ਖਿਆਲਾਤਾਂ ਨੂੰ ਉੱਧਰੋਂ ਹਟਾ ਕੇ ਪਰਮਾਤਮਾ ਵੱਲ ਲੈ ਜਾਣਾ, ਇਹਨੂੰ ਕਹਿੰਦੇ ਉਦਾਸੀ।
ਤੂੰ ਵਿਸ਼ਿਆਂ ਵਿਕਾਰਾਂ 'ਚ ਕਿਉਂ ਫਸਿਆ ਰਚਿਆ ਹੈ। ਕਿਸੇ ਇੱਕ ਛਿਣ ਖਾਤਰ ਤਾਂ ਉਦਾਸ ਹੋ ਜਾ, ਉਸ ਤੋਂ ਪਰੇ ਹੋ ਜਾ। ਕਹੋ ਨਾਨਕ ਭਜ ਹਰ ਮਨਾ ਪਰੈ ਨ ਜਮ ਕੀ ਫਾਸ। ਜੇ ਪਰਮਾਤਮਾ ਦਾ, ਹਰੀ ਦਾ ਭਜਨ ਕਰੇਗਾ ਤਾਂ ਜਮਾਂ ਦੀ ਫਾਂਸੀ ਨਹੀਂ ਪਏਗੀ ਫਿਰ ਤੇਰੇ ਗਲ 'ਚ। ਤਰਨ ਆਪੋ ਯੂੰ ਹੀ ਗਇਓ ਲਿਓ ਜਰਾ ਤਨ ਜੀਤ। ਕਹੋ ਨਾਨਕ ਹਰ ਭਜ ਮਨਾ ਔਧ ਜਾਤ ਹੈ ਬੀਤ। ਤਰਨਾਪੋ ਇਹਦਾ ਮਤਲਬ ਹੁੰਦਾ ਜਵਾਨੀ, ਤਰਨਾਪਾ। ਜਵਾਨੀ ਇਸੇ ਤਰ੍ਹਾਂ ਚਲੀ ਗਈ, ਗਇਓ ਫਿਰ ਆ ਗਿਆ ਸ਼ਬਦ। ਜਵਾਨੀ ਇਸੇ ਤਰ੍ਹਾਂ ਚਲੀ ਗਈ ਪਾਸਟ ਵਿੱਚ। ਲਿਓ ਜਰਾ ਤਨ ਜੀਤ, ਲਿਓ ਫਿਰ ਪਾਸਟ ਟੈਂਸ ਹੈ। ਬੁਢਾਪੇ ਨੇ ਸਾਡਾ ਤਨ ਜਿੱਤ ਲਿਆ, ਯਾਨੀ ਅਸੀਂ ਮੌਤ ਦੇ ਹੋਰ ਨੇੜੇ ਹੁੰਦੇ ਚਲੇ ਗਏ। ਕਹੋ ਨਾਨਕ ਭਜ ਹਰ ਮਨਾ ਔਧ ਜਾਤ ਹੈ ਬੀਤ। ਔਧ ਉਮਰ ਨੂੰ ਕਹਿੰਦੇ ਆ। ਇਹ ਮਨਾ, ਆਪਣੇ ਮਨ ਨੂੰ ਸੰਬੋਧਨ ਕਰਦੇ ਹਾਂ ਹੁਣ ਗੁਰੂ ਸਾਹਿਬ, ਤੂੰ ਹਰੀ ਦਾ ਭਜਨ ਕਰ ਲੈ, ਤੇਰੀ ਉਮਰ ਬੀਤਦੀ ਜਾਂਦੀ ਹੈ, ਫਿਰ ਤਾਂ ਕੁਛ ਹੱਥ ਨਹੀਂ ਆਉਣਾ। ਬਿਰਧ ਭਇਓ ਸੂਝੈ ਨਹੀਂ ਕਾਲ ਪਹੁੰਚਿਓ ਆਨ। ਬੁਢਾਪਾ ਆ ਗਿਆ, ਹੁਣ ਸੁੱਝਦਾ ਕੁਛ ਨਹੀਂ। ਹੱਥ ਵੀ ਕੰਬਦੇ ਆ, ਲੱਤਾਂ ਵੀ ਕੰਬਦੀਆਂ, ਜ਼ਬਾਨ ਵੀ ਨਹੀਂ ਸਿੱਧਾ ਬੋਲਦੀ, ਕੰਠ ਵੀ ਰੁੰਧਿਆ ਹੋਇਆ, ਕਾਲ ਨੇੜੇ ਆ ਗਿਆ। ਕਹੋ ਨਾਨਕ ਨਰ ਬਾਵਰੇ ਕਿਉਂ ਨਾ ਭਜੈ ਭਗਵਾਨ। ਇਸ ਦਸ਼ਾ ਵਿੱਚ ਵੀ ਤੈਨੂੰ ਰੱਬ ਨਹੀਂ ਯਾਦ ਆ ਰਿਹਾ, ਕਿਉਂ ਉਸ ਭਗਵਾਨ ਨੂੰ ਭਜਨ ਨਹੀਂ ਕਰਦਾ ਤੂੰ, ਕਿਉਂ ਉਸ ਬ੍ਰਹਮ ਦੇ ਨਾਲ ਨਹੀਂ ਜੁੜਦਾ। ਉਹ ਨਰ ਬਾਵਰੇ, ਬਾਵਰਾ ਕਹਿੰਦੇ ਆ ਜਿਹੜਾ ਨਾਦਾਨ ਹੋਵੇ, ਯਾਨੀ ਸ਼ਬਦਾਈ ਸ਼ਬਦ ਵਰਤਦੇ ਆਪਾਂ ਪੰਜਾਬੀ 'ਚ। ਥੋੜ੍ਹਾ ਜਿਹਾ ਆਪਣੇ ਐਕਸਿਸ ਤੋਂ ਹਿੱਲੇ ਹੋਏ ਨੂੰ ਕਹਿੰਦੇ ਬਾਵਰਾ ਸ਼ਬਦ। ਉਹ ਬਾਵਰੇ ਆ, ਉਹ ਸਦਾਈਆ। ਤੂੰ ਅਜੇ ਵੀ ਰੱਬ ਨੂੰ ਨਹੀਂ ਯਾਦ ਕਰਦਾ, ਭਗਵਾਨ ਨੂੰ ਯਾਦ ਨਹੀਂ ਕਰਦਾ। ਤੇਰੀ ਇਹ ਹਾਲਤ ਹੋ ਗਈ, ਬੁਢਾਪਾ ਆ ਗਿਆ, ਕਾਲ ਨੇੜੇ ਆ ਗਿਆ। ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾ। ਧਨ ਦਾਰਾ ਔਰਤ, ਸੰਪਤੀ ਯਾਨੀ ਜਿਹੜੀ ਸਾਡੀ ਪ੍ਰਾਪਰਟੀ ਹੈ, ਇਹ ਸਾਰੀਆਂ ਆਪਣੀਆਂ ਕਰਕੇ ਮੰਨੀ ਬੈਠਾ ਹੈ ਵੀ ਇਹ ਮੇਰੀਆਂ। ਇਨਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ। ਕੋਈ ਤੇਰੇ ਨਾਲ ਨਹੀਂ ਜਾਣੀ ਇਹਨਾਂ ਦੇ ਵਿੱਚੋਂ। ਇਹਨਾਂ ਤੋਂ ਕੰਮ ਲੈ, ਇਹ ਬਣਾਈਆਂ ਪਰਮਾਤਮਾ ਨੇ ਤੇਰੇ ਗੁਜਰਾਨ ਖਾਤਰ ਹੈ, ਪਰ ਇਹਨਾਂ ਨੂੰ ਆਪਣੀਆਂ ਨਾ ਸਮਝ। ਜੇ ਆਪਣੀ ਸਮਝ ਕੇ ਪਕੜ ਰੱਖੇਗਾ, ਪਕੜ ਦੇ ਵਿੱਚੋਂ ਫਿਰ ਤੈਨੂੰ ਕਾਲ ਨੇ ਜਦ ਪਕੜਨਾ ਫਿਰ ਬੜੀ ਮੁਸ਼ਕਲ ਹੋਏਗੀ। ਇਹਨਾਂ ਦੇ ਨਾਲ ਪਕੜ ਨਾ ਕਰ, ਇਹਨਾਂ ਦੇ ਨਾਲ ਗੁਜਰਾਨ ਕਰ। ਈਮਾਨ ਸਮਝ ਆਪਣਾ ਇਹਨਾਂ ਨੂੰ, ਔਰਤ ਨੂੰ, ਪੁੱਤਰਾਂ ਨੂੰ ਗੁਜਰਾਨ ਸਮਝ, ਤਾਂ ਕਿ ਤੈਨੂੰ ਬਾਅਦ ਵਿੱਚ ਫਿਰ ਤਕਲੀਫ ਨਾ ਆਵੇ। ਇਹ ਗੱਲ ਸੱਚੀ ਮੰਨ ਲੈ। ਕੁਛ ਕਿਸੇ ਚੀਜ਼ ਨੇ ਨਾਲ ਨਹੀਂ ਜਾਣਾ। ਖਾਲੀ ਹੱਥ ਆਇਆ, ਖਾਲੀ ਹੱਥ ਜਾਣਾ। ਪਤਿਤ ਉਦਾਹਰਨ ਭੈ ਹਰਨ ਹਰ ਅਨਾਥ ਕੇ ਨਾਥ। ਪਤਿਤਾਂ ਨੂੰ, ਗਿਰਿਆ ਹੋਇਆਂ ਨੂੰ ਉਧਾਰਨੇ ਵਾਲਾ, ਬਾਹਰ ਕੱਢਣ ਵਾਲਾ ਇਸ ਦਲਦਲ ਚੋਂ। ਭੈ ਨੂੰ ਦੂਰ ਕਰਨ ਵਾਲਾ, ਡਰ ਨੂੰ ਦੂਰ ਕਰਨ ਵਾਲਾ। ਹਰਨ ਹੁੰਦਾ ਦੂਰ ਕਰਨਾ। ਤੇ ਉਹ ਜਿਹੜਾ ਹਰੀ ਹੈ ਉਹ ਅਨਾਥਾਂ ਦਾ ਵੀ ਨਾਥ ਹੈ, ਯਾਨੀ ਜਿਹਦਾ ਕੋਈ ਵੀ ਸਹਾਰਾ ਨਹੀਂ, ਉਹਨਾਂ ਨੂੰ ਵੀ ਉਹ ਸਹਾਰਾ ਬਣਦਾ ਹੈ। ਕਹੋ ਨਾਨਕ ਤੇ ਜਾਨੀਏ ਸਦਾ ਵਸਤ ਤੁਮ ਸਾਥ। ਤੈਨੂੰ ਇਸ ਤਰ੍ਹਾਂ ਕਰਕੇ ਜਾਣੀਏ ਹੇ ਪ੍ਰਭੂ ਜੀਓ ਵੀ ਤੂੰ ਸਦਾ ਹੀ ਸਾਡੇ ਅੰਗ ਸੰਗ ਵਸਦਾ। ਤੈਨੂੰ ਦੂਰ ਸਮਝ ਕੇ ਅਸੀਂ ਗਲਤੀਆਂ ਕਰਦੇ ਹਾਂ, ਗੁਨਾਹ ਕਰਦੇ ਹਾਂ ਵੀ ਕਿਹੜੇ ਕੋਈ ਦੇਖਦਾ, ਪਰ ਤੂੰ ਸਾਨੂੰ ਹਰ ਵਕਤ ਅੰਦਰੋਂ ਦੇਖ ਰਿਹਾ। ਤੂੰ ਸਾਡੇ ਅੰਦਰ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸਮਾਲ। ਪਰਮਾਤਮਾ ਵੀ ਸਾਨੂੰ ਹਰ ਵਕਤ ਦੇਖਦਾ ਹੈ, ਓਮਨੀਸ਼ੈਂਟ ਹੈ। ਗੁਰੂ ਵੀ ਸਾਨੂੰ ਹਰ ਵਕਤ ਸਾਡੇ ਅੰਗ ਸੰਗ ਹੈ, ਦੇਖਦਾ। ਜੇ ਇਸ ਗੱਲ ਦੀ ਸਮਝ ਆ ਜੇ ਫਿਰ ਅਸੀਂ ਗਲਤੀ ਨਹੀਂ ਕਰਦੇ। ਇਹੀ ਧਰਮ ਦਾ ਸਭ ਤੋਂ ਵੱਡਾ ਲੱਛਣ ਹੈ। ਜੀਵ ਇਸਤਰੀ ਨੂੰ ਵੀ ਇਹੀ ਸਮਝਿਆ, ਸਗਲ ਗੁਣਾ ਗੁਣ ਉਤਮੋ ਭਰਤਾ ਦੂਰ ਨਾ ਭਿਖਰੀ। ਹੇ ਜੀਵ ਇਸਤਰੀ, ਹੇ ਇਸਤਰੀ, ਤੂੰ ਐਂ ਸਮਝ ਵੀ ਤੇਰਾ ਭਰਤਾ ਨਾਲ ਵਸਦਾ ਹੈ। ਸਭ ਤੋਂ ਅੱਛਾ ਗੁਣ ਇਹੀ ਹੈ ਵੀ ਉਹਨੂੰ ਨਾਲ ਸਮਝ। ਇਹ ਨਾ ਸਮਝ ਵੀ ਉਹ ਵਿਦੇਸ਼ ਗਿਆ, ਮੈਂ ਜੋ ਮਰਜ਼ੀ ਮਨਮਾਨੀਆਂ ਕਰਾਂ ਪਿੱਛੋਂ। ਨਾ, ਉਹ ਤੇਰੇ ਹਰ ਵਕਤ ਅੰਗ ਸੰਗ ਹੈ, ਤੇਰੇ ਨਾਲ ਹੈ। ਉਹਨੂੰ ਦੇਖਦੇ ਹੋਏ ਫਿਰ ਗਲਤੀ ਨਹੀਂ ਹੁੰਦੀ ਹੈ। ਇਹ ਬਹੁਤ ਉੱਤਮ ਗੁਣ ਹੈ ਬੰਦੇ ਵੀ ਜੇ ਕਿਸੇ 'ਚ ਪੈਦਾ ਹੋ ਜਾਏ, ਸੰਤਾਂ 'ਚ ਹੁੰਦਾ ਹੈ। ਉਹਨੂੰ ਹਰ ਵਕਤ ਅੰਗ ਸੰਗ ਸਮਝਣਾ ਸਭ ਤੋਂ ਲੇਟੈਸਟ ਸਟੇਜ ਹੈ ਇਹ ਰੂਹਾਨੀਅਤ ਦੀ।
ਤਨ ਧਨ ਜਿਹ ਤੋ ਕਉ ਦਿਓ ਤਾਂ ਸਿਓ ਨੇਹ ਨਾ ਕੀ। ਤਨ ਵੀ ਤੇ ਧਨ ਵੀ ਜਿਹਨੇ ਤੈਨੂੰ ਦਿੱਤਾ ਹੈ, ਦਿਓ ਦਿੱਤਾ ਹੈ, ਉਹਦੇ ਨਾਲ ਤੂੰ ਪ੍ਰੇਮ ਨਹੀਂ ਕਰਦਾ, ਨੇਹ ਨਹੀਂ ਕਰਦਾ। ਸਾਧ ਸੰਗਤ ਜੀ, ਉਹ ਜਿਹੜਾ ਹਾਹੇ ਨੂੰ ਔਂਕੜ ਨੇਹੋ ਪੜ੍ਹਦੇ ਹਾਂ ਆਪਾਂ, ਇਹ ਮੁਹਾਰਨੀ ਦੇ ਮੁਤਾਬਕ ਤਾਂ ਠੀਕ ਹੈ, ਟਕਸਾਲਾਂ ਵਿੱਚ ਇੱਦਾਂ ਹੀ ਵਿੱਦਿਆ ਦਿੱਤੀ ਜਾਂਦੀ ਹੈ, ਲੇਕਿਨ ਵਿਆਕਰਨਕ ਪੱਖ ਤੋਂ ਇਹ ਠੀਕ ਨਹੀਂ ਹੈ। ਇਹ ਸ਼ਬਦ ਨੇ ਹੈ, ਇਹ ਜਿਹੜਾ ਯਈਆ ਤੇ ਹਾਹਾ ਅੱਖਰ ਹੈ, ਇਹਨਾਂ ਦੇ ਉੱਤੇ ਮੁਹਾਰਨੀ ਨਹੀਂ ਲਾਗੂ ਹੁੰਦੀ ਜਦ ਵਿਆਕਰਨ ਆ ਜਾਂਦਾ। ਵਿਆਕਰਨ ਵਿੱਚ ਇਹਨਾਂ ਦੇ ਸਪਸ਼ਟ ਉੱਤਰ, ਜਿੱਥੇ ਬਹੁਤੇ ਨੇਹਾਂ ਦੀ ਗੱਲ ਹੋਊਗੀ, ਬਹੁਤੇ ਰਾਹਾਂ ਦੀ ਗੱਲ ਹੋਊਗੀ, ਉੱਥੇ ਕਦੇ ਵੀ ਫਿਰ ਔਂਕੜ ਨਹੀਂ ਆਉਂਦਾ ਹੈ। ਗੁਰਬਾਣੀ ਦੀ ਲਿਖਤ ਵਿੱਚ ਇੱਕ ਵਚਨ ਨਾਲ ਔਂਕੜ ਆਉਂਦਾ ਹਮੇਸ਼ਾ। ਉਹਦੇ ਨਾਲ ਤੂੰ ਪਿਆਰ ਨਹੀਂ ਕਰਦਾ ਜਿਹਨੇ ਤੈਨੂੰ ਤਨ ਔਰ ਧਨ ਸਭ ਕੁਝ ਦਿੱਤਾ। ਕਹੋ ਨਾਨਕ ਨਰ ਬਾਵਰੇ ਅਬ ਕਿਉਂ ਡੋਲਤ ਦੀਨ। ਜਦ ਫਿਰ ਮੌਤ ਆ ਜਾਂਦੀ ਹੈ ਨੇੜੇ, ਉਹ ਬਾਬਰਿਆ ਮਨਾ, ਉਹ ਬੰਦੇ, ਫਿਰ ਹੁਣ ਤੂੰ ਕਾਹਤੇ ਆਪਣਾ ਦੀਨ ਡਲਾਉਣਾ, ਫਿਰ ਤੂੰ ਡਰਦਾ ਹੈ ਮੌਤ ਤੋਂ, ਫਿਰ ਤੈਨੂੰ ਕੋਈ ਸੂਝ ਨਹੀਂ ਰਹਿੰਦੀ ਹੈ ਡਰਦੇ ਮਾਰੇ ਨੂੰ। ਤਨ ਤਨ ਸੰਪੈ ਸੁਖ ਦਿਓ ਅਰਜੇ ਨੀਕੇ ਤਾਂ। ਜਿਹਨੇ ਤੈਨੂੰ ਤਨ ਧਨ ਸੰਪੈ ਐਸ਼ਵਰਜ ਸੁੱਖ ਸਹੂਲਤਾਂ ਦਿੱਤੀਆਂ ਔਰ ਨਿੱਕੇ ਸੁੰਦਰ ਧਾਮ ਰਹਿਣ ਖਾਤਰ ਕੋਠੇ ਮੰਡਪ ਮਾੜੀਆਂ ਦਿੱਤੀਆਂ, ਮਹਿਲ ਦਿੱਤੇ ਹੈ। ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾ ਰਾਮ। ਪਾਤਸ਼ਾਹ ਫਰਮਾਉਂਦੇ ਹੈ, ਉਹ ਮਨਾ, ਉਹ ਤੂੰ ਰਾਮ ਦਾ ਸਿਮਰਨ ਕਾਹਤੇ ਨਹੀਂ ਕਰਦਾ ਫਿਰ, ਜਿਹਨੇ ਤੈਨੂੰ ਇਹ ਸਭ ਕੁਝ ਦਿੱਤਾ। ਤੂੰ ਉਹਦੀ ਬਣਾਈ ਹੋਈ ਮਾਇਆ ਦੇ ਨਾਲ ਚਿੰਬੜਿਆ ਹੋਇਆ। ਮਾਇਆ ਸੱਚ ਨਹੀਂ ਹੈ, ਜੇ ਸੱਚ ਹੈ ਤਾਂ ਥੋੜੇ ਚਿਰ ਖਾਤਰ ਹੈ, ਸਦਾ ਵਾਸਤੇ ਨਹੀਂ ਹੈ। ਤੋ ਇਹਦੀ ਵਿਚਾਰ ਅੱਜ ਕਰਾਂਗੇ ਬਾਅਦ ਵਿੱਚ, ਜਦੋਂ ਸਮਾਪਤੀ ਹੋ ਗਈ ਵਿਚਾਰਾਂ ਇੱਧਰ ਸ਼ਲੋਕਾਂ ਦੀ। ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਇ। ਕਹੋ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਇ। ਸਭ ਸੁੱਖਾਂ ਦਾ ਦਾਤਾ ਰਾਮ ਹੈ, ਵਾਹਿਗੁਰੂ ਹੈ, ਹੋਰ ਦੂਸਰਾ ਕੋਈ ਨਹੀਂ ਹੈ। ਉਹ ਰਮਿਆ ਹੋਇਆ ਰਾਮ ਜਿਹੜਾ ਸਭ ਦੇ ਅੰਦਰ ਬੈਠਾ ਹੈ, ਉਹੀ ਸਭ ਦੇ ਸੁੱਖਾਂ ਦਾ ਦਾਤਾ ਹੈ, ਹੋਰ ਕੋਈ ਨਹੀਂ ਹੈ। ਜੇ ਅਸੀਂ ਸਮਝੀਏ ਵੀ ਕੋਈ ਰਾਜਾ ਦਾਨੀ ਹੈ, ਕੋਈ ਬੰਦਾ ਦਾਨੀ ਹੈ, ਤਾਂ ਸਾਡੀ ਖਾਮ ਖਿਆਲੀ ਹੈ। ਉਹ ਸਿਰਫ ਪਰਮਾਤਮਾ ਤੋਂ ਲੈ ਕੇ ਸਾਨੂੰ ਦੇ ਰਿਹਾ। ਕਹੋ ਨਾਨਕ ਸੁਨ ਰੇ ਮਨਾ, ਉਹ ਮਨਾ ਸੁਣ ਲੈ ਇਸ ਗੱਲ ਨੂੰ ਵੀ ਉਹਨੂੰ ਸਿਮਰਨ ਕਰਨ ਦੇ ਨਾਲ ਹੀ ਗਤ ਹੋਣੀ ਹੈ, ਤੈਨੂੰ ਪ੍ਰਾਪਤੀ ਹੋਣੀ ਹੈ, ਨਹੀਂ ਤਾਂ ਇੱਥੋਂ ਇੱਕਣੇ ਜਾਏਗਾ, ਫਿਰ ਜਮਾਂ ਦਾ ਡੰਡਾ ਸਹਿਣਾ ਪੈਣਾ। ਜਿਹੇ ਸਿਮਰਤ ਗਤ ਪਾਈ ਹੈ ਤੇ ਭਜ ਰੇ ਤੈ ਮੀਤ। ਇਹ ਜਿਹੜਾ ਗਤ ਸ਼ਬਦ ਹੈ ਸਾਧ ਸੰਗਤ ਜੀ, ਉਹ ਸਾਡਾ ਹਿੰਦੂ ਵਿਰਸਾ ਵੀ ਤੇ ਸਿੱਖ ਵੀ ਦੇਖਾ ਦੇਖੀ ਉੱਥੇ ਜਾਂਦੇ ਗਤ ਕਰਾਉਣ ਮਰਿਆ ਹੋਇਆਂ ਦੀ। ਇਹ ਖਾਮ ਖਿਆਲੀ ਹੈ, ਸਿੱਖ ਮੱਤ ਵਿੱਚ ਐਸਾ ਨਹੀਂ ਹੈ। ਗਤ ਜਿਉਂਦੇ ਜੀ ਹੋਣੀ ਹੈ ਬੰਦੇ ਦੀ, ਪੰਡਿਆਂ ਨੂੰ ਦਾਨ ਕਰਕੇ ਨਹੀਂ ਹੋਣੀ। ਉਹ ਵਿਹਲੜ ਬੈਠੇ ਉੱਥੇ, ਉਹਨਾਂ ਨੂੰ ਦਾਨ ਦੇਣ ਦੇ ਨਾਲ ਸਾਡੇ ਮੋਏ ਹੋਏ ਪ੍ਰਾਣੀ ਦੀ ਗਤ ਨਹੀਂ ਹੋਣੀ ਹੈ, ਪਰਮਾਤਮਾ ਦੇ ਭਜਨ ਦੇ ਨਾਲ ਗਤ ਹੋਣੀ। ਉਹਨੂੰ ਯਾਦ ਕਰ ਲੈ, ਉਹਨੂੰ ਭਜ ਲੈ ਉਹ ਮਿੱਤਰਾ। ਕਹੋ ਨਾਨਕ ਸੁਨ ਰੇ ਮਨਾ ਔਧ ਘਟਤ ਹੈ ਨੀਤ। ਉਹ ਮੇਰਿਆ ਮਨਾ ਸੁਣ ਲੈ ਇਸ ਗੱਲ ਨੂੰ ਵੀ ਤੇਰੀ ਉਮਰ ਨਿੱਤ ਘਟਦੀ ਜਾ ਰਹੀ ਹੈ, ਤੂੰ ਉਹਨੂੰ ਯਾਦ ਕਰ ਲੈ। ਚੇਤੇ ਕਾਤੇ ਨਹੀਂ ਕਰਦਾ ਕਦੇ। ਭਾਵੇਂ ਔਖਾ ਹੈ, ਸੰਗਤ ਵੀ ਜਾਣ ਲੱਗ ਜਾ, ਸੌਖਾ ਹੋ ਜਾਊਗਾ। ਸੰਗਤ ਜਿਹੜੀ ਹੈ ਉਹ ਗੁਰੂ ਸਾਹਿਬ ਨੇ ਆਪ ਤੋਂ ਵੀ ਉੱਚੀ ਰੱਖੀ ਹੈ। ਗੁਰਮੁਖਾਂ ਦੀ ਸੰਗਤ, ਗੁਰੂ ਦੀ ਸੰਗਤ, ਉਹਦੇ ਵਿੱਚੋਂ ਪ੍ਰਾਪਤੀ ਹੋਣੀ ਹੈ ਸਾਰੀ ਕੁਛ। ਆਪਣੇ ਆਪੇ ਨੂੰ ਛੱਡ ਦੇ। ਜੋ ਕੁਝ ਤੇਰੇ ਅੰਦਰ ਹੈ ਉਹ ਇੱਕ ਭੋਰਾ ਭਰ ਹੈ, ਇੱਕ ਚਮਚਾ ਮਾਤਰ ਵੀ ਨਹੀਂ ਹੈ, ਇੱਕ ਤੁਪਕਾ ਹੈ ਸਮੁੰਦਰ ਦੇ ਪਾਣੀ ਦਾ। ਤੂੰ ਉਹਨੂੰ ਯਾਦ ਕਰ ਤਾਂ ਕਿ ਤੂੰ ਵੀ ਸਮੁੰਦਰ ਬਣ ਜਾਏ, ਉਹਦੇ ਵਿੱਚ ਲੀਨ ਹੋ ਜਾਏ। ਸੋ ਪਰਮਾਤਮਾ ਦਾ ਭਜਨ ਹੈ ਜਿਹੜਾ, ਇਹ ਆਪਦੇ ਗੁਣ ਗਾਉਣੇ ਹੈ, ਇਹ ਅਟਮੋਸਟ ਜ਼ਰੂਰੀ ਹੈ ਸਿੱਖ ਮੱਤ ਦੇ ਅਨੁਸਾਰ। ਸਾਧ ਸੰਗਤ ਜੀ, ਉਹ ਦੋ ਤਰ੍ਹਾਂ ਦੇ ਵਿਚਾਰ ਚੱਲ ਰਹੇ ਸਿੱਖ ਜਗਤ ਵਿੱਚ। ਇੱਕ ਤਾਂ ਕੁਝ ਵਿਦਵਾਨ ਐਸੇ ਹੈ ਜਿਹੜੇ ਵੈਹੀਮੈਂਟਲੀ ਕਹਿੰਦੇ ਹੈ ਵੀ ਨਾਮ ਜਪਣ ਦੀ ਕੋਈ ਲੋੜ ਨਹੀਂ, ਉਹਦੇ ਗੁਣਾਂ ਨੂੰ ਜਪੋ, ਉਹਦੇ ਗਿਆਨ ਨੂੰ ਜਪੋ। ਤੇ ਦੂਜਾ ਫਿਰਕਾ ਇਹ ਵੀ ਹੈ, ਕਹਿੰਦਾ ਹੈ ਵੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ।
ਇਹ ਦੋਨੋਂ ਅਸਲ 'ਚ ਸਮਝਣ ਦਾ ਫਰਕ ਹੈ, ਪਰਸੈਪਸ਼ਨ ਦਾ। ਗੱਲ ਇੱਕੋ ਹੀ ਹੈ। ਜਦੋਂ ਪਰਮਾਤਮਾ ਦੇ ਗੁਣ ਜਪਣੇ ਆ ਤਾਂ ਉਹਦੇ ਵਿੱਚ ਨਾਮ ਵੀ ਆਉਂਦਾ। ਉਹਦਾ ਨਾਮ ਨੂੰ ਨਗੇਟ ਨਹੀਂ ਕਰਿਆ ਜਾ ਸਕਦਾ ਜਿਵੇਂ ਕਈ ਵਿਦਵਾਨਾਂ ਨੇ ਕਰਿਆ। ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਨਾਮ ਉਹਦੇ ਗੁਣਾਂ ਦੇ ਵਿੱਚ ਆਉਂਦਾ। ਉਹਦੇ ਗੁਣ ਸਾਰੀ ਗੁਰਬਾਣੀ ਸਮਝਾ ਰਹੀ ਹੈ ਸਾਨੂੰ ਵੀ ਉਹਦੇ 'ਚ ਕਿਆ ਗੁਣ ਹੈ। ਉਹ ਇੱਕ ਹੈ, ਉਹ ਸੱਤ ਹੈ, ਉਹ ਹਮੇਸ਼ਾ ਤੋਂ ਹੈ, ਹਮੇਸ਼ਾ ਉਹਨੇ ਰਹਿਣਾ, ਐਗਜ਼ਿਸਟੈਂਟ ਹੈ, ਹਮੇਸ਼ਾ ਐਵਰ ਐਗਜ਼ਿਸਟੈਂਟ। ਉਹ ਓਮਨੀਸ਼ੈਂਟ ਵੀ ਹੈ, ਸਭ ਨੂੰ ਦੇਖਦਾ ਹੈ। ਉਹ ਆਲ ਪਾਵਰਫੁੱਲ ਵੀ ਹੈ, ਸਭ ਕੁਛ ਉਹਦੇ ਹੱਥ ਵਿੱਚ ਹੈ। ਇਹ ਸਾਰਿਆਂ ਗੁਣਾਂ ਨੂੰ ਆਪਾਂ ਨੂੰ ਗੁਰਬਾਣੀ ਨੇ ਸਮਝਾਉਣਾ, ਸੰਗਤ ਨੇ ਸਮਝਾਉਣਾ। ਜਦ ਇਹ ਅੰਦਰ ਆ ਗਏ ਤਾਂ ਉਹਦਾ ਨਾਮ ਜਦੋਂ ਜਪੂਗੇ ਵਿੱਚ ਆਪੇ ਹੀ ਆ ਜਾਣੇ ਉਹਦੇ। ਸੋ ਉਹਦਾ ਨਾਮ ਜਪਣਾ ਰਸਨਾ ਦੇ ਨਾਲ ਬਹੁਤ ਜ਼ਰੂਰੀ ਹੈ, ਜਿਹੜਾ ਕਿ ਅੱਜ ਕੱਲ੍ਹ ਦੇ ਜਿਹੜੇ ਸਾਡੇ ਪ੍ਰਚਾਰਕ ਹੈ ਉਹ ਨਿਗੇਟ ਕਰਨ ਲੱਗ ਗਏ ਇਸ ਗੱਲ ਨੂੰ। ਜਿੱਥੇ ਗੁਰਬਾਣੀ 'ਚ ਦੂਜੀਆਂ ਬਾਤਾਂ ਆਉਂਦੀਆਂ ਵੀ ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ, ਉਹ ਇਸ ਗੱਲ ਨੂੰ ਲੈ ਕੇ ਨਿਗੇਟ ਕਰਨ ਲੱਗ ਗਏ ਗੱਲ ਨੂੰ ਵੀ ਰਾਮ ਜਪਣ ਦੀ ਲੋੜ ਨਹੀਂ ਹੈ, ਨਾਮ ਜਪਣ ਦੀ ਕੋਈ ਲੋੜ ਨਹੀਂ। ਬਾਣੀ ਕਹਿੰਦੀ ਹੈ ਇਹ ਖਾਮ ਖਿਆਲੀ ਹੈ, ਗਲਤ ਖਿਆਲੀ ਹੈ। ਇਹ ਸਿਰਫ ਉਹਨਾਂ ਖਾਤਰ ਹੈ ਜਿਹੜੇ ਕੇਵਲ ਰਾਮ ਰਾਮ ਕਰਦੇ ਆ ਲੇਕਿਨ ਉਹਦੇ ਗੁਣਾਂ ਦਾ ਜਾਪ ਨਹੀਂ ਕਰਦੇ, ਨਾ ਉਹਦੇ ਅਨੁਸਾਰ ਚੱਲਦੇ ਆ। ਬਗਲ ਮੈਂ ਛੁਰੀ ਮੂੰਹ ਮੈਂ ਰਾਮ ਰਾਮ ਉਹਨਾਂ ਖਾਤਰ ਹੈ ਤੋਂ, ਨਾ ਕਿ ਬਾਕੀਆਂ ਖਾਤਰ ਵੀ ਹੈ ਵੀ ਜਿਹੜੇ ਜਪਦੇ ਆ। ਜਪਣ ਦਾ ਤਾਂ ਸਾਨੂੰ ਜਪਣ ਦੀ ਤਾਂ ਹਦਾਇਤ ਹੈ, 24 ਘੰਟੇ ਜਪਣ ਦੀ ਹਦਾਇਤ ਹੈ, ਬਲਕਿ ਜਿੰਨਾ ਵੀ ਹੋ ਸਕੇ। ਜਿਹੜਾ ਧਰਮ ਦਾ ਵਿਸ਼ਾ ਹੈ, ਪਰਮਾਤਮਾ ਜਿਹੜਾ ਵਿਸ਼ਾ ਹੈ, ਉਹ ਰਸਨਾ ਔਰ ਮਨ ਦਾ ਖੇਲ ਹੈ। ਜਿਹੜੀ ਸਾਇੰਸ ਹੈ ਉਹ ਅੱਖ ਔਰ ਬੁੱਧੀ 'ਤੇ ਟਿਕੀ ਹੋਈ ਹੈ। ਤੋ ਅਨਫਾਰਚੂਨੇਟਲੀ ਸਾਡੇ ਜਿਹੜੇ ਵਿਦਵਾਨ ਲੋਕ ਹੈ ਉਹਨਾਂ 'ਚੋਂ ਕੁਛ ਉਹ ਸਿਰਫ ਸਾਇੰਟੀਫਿਕ ਗੁਰਬਾਣੀ ਦਾ ਪੱਖ ਲੈ ਰਹੇ। ਦਾਸਰਾ ਵੀ ਸਾਇੰਸ ਪੜ੍ਹਿਆ ਹੋਇਆ ਹੈ, ਸਾਨੂੰ ਵੀ ਇਹਨਾਂ ਗੱਲਾਂ ਦੀ ਸੋਝੀ ਹੈ। ਉਹ ਆਪਣੀ ਜਗ੍ਹਾ ਇੱਕ ਸੱਚਾਈ ਹੈ, ਲੇਕਿਨ ਉਹ ਪਰਮ ਸੱਚ ਨਹੀਂ ਹੈ। ਲੌਜੀਕਲ ਸੱਚ 2 + 2 = 4, ਇਹ ਲੌਜੀਕਲ ਸੱਚ ਹੈ, ਲੇਕਿਨ ਪਰਮਾਰਥਕ ਸੱਚ ਨਹੀਂ ਹੈ ਇਹ। ਪਰਮਾਤਮਾ ਨੂੰ ਆਪਾਂ ਸਾਇੰਸ ਦੇ ਵਿਸ਼ੇ ਦੇ ਲੈ ਕੇ ਸਾਇੰਸ ਦੇ ਅਨੁਸਾਰ ਨਹੀਂ ਸਮਝ ਸਕਦੇ, ਕਿਉਂਕਿ ਉਹ ਸਾਇੰਸ ਦੀ ਪਕੜ 'ਚ ਆਉਂਦਾ ਹੀ ਨਹੀਂ ਹੈ। ਸਾਇੰਸ ਜਿਹੜੀ ਹੈ ਉਹ ਤਿੰਨਾਂ ਗੁਣਾਂ ਦਾ ਵਿਸ਼ਲੇਸ਼ਣ ਕਰਦੀ ਹੈ, ਮਾਇਆ ਦਾ ਵਿਸ਼ਲੇਸ਼ਣ ਕਰਦੀ ਹੈ, ਸਿਧਾਂਤ ਅਨੁਸਾਰ ਚੱਲਦੀ ਹੈ। ਅਤੇ ਰੱਬ ਦੇ ਉੱਤੇ ਕਿਹੜਾ ਸਿਧਾਂਤ ਲਾਗੂ ਕਰੋਗੇ, ਕਿਹੜਾ ਬੋਇਲਸ ਫਾਰਮੂਲਾ, ਕਿਹੜਾ ਕੋਈ ਹੋਰ ਨਿਯਮ ਲਗਾਵਾਂਗੇ, ਡਾਰਵਿਨ ਦਾ ਲਗਾਵਾਂਗੇ। ਰੱਬ ਦੇ ਉੱਤੇ ਕੋਈ ਨਹੀਂ ਲੱਗਣਾ, ਉਹ ਇਹਨਾਂ ਨਿਯਮਾਂ ਤੋਂ ਬਾਹਰ ਹੈ। ਉਹ ਸਦਾ ਤੋਂ ਹੈ, ਹੁਣ ਵੀ ਹੈ, ਅਤੇ ਉਹਨੇ ਰਹਿਣਾ ਵੀ ਹੈ। ਜਿਹੜੇ ਫਾਰਮੂਲੇ ਜਾਂ ਸਾਇੰਸ ਜਿਨ੍ਹਾਂ ਦੀ ਬਾਤ ਕਰਦੀ ਹੈ ਉਹਨਾਂ ਨੇ ਰਹਿਣਾ ਕੋਈ ਨਹੀਂ ਹੈ। ਅੱਜ ਸੱਚ ਹੁੰਦਾ ਹੈ, 10-20 ਸਾਲ ਬਾਅਦ ਉਹੀ ਝੂਠ ਹੋ ਜਾਂਦਾ। ਪਹਿਲਾਂ ਈਸ਼ਵਰ ਪ੍ਰਤੀ ਬੜਾ ਸਾਇੰਸਦਾਨਾਂ ਦੇ ਮਨ 'ਚ ਖਿਆਲ ਸੀ ਵੀ ਕੋਈ ਈਸ਼ਵਰ ਨਹੀਂ ਹੈ, ਟੈਸਟ ਟਿਊਬ 'ਚ ਟੈਸਟ ਨਹੀਂ ਹੁੰਦਾ, ਅਤੇ ਆਈਨਸਟਾਈਨ ਨੇ ਲਿਆ ਕੇ ਉਹ ਸਾਰਾ ਹੀ ਖਿਆਲ ਬਦਲ ਦਿੱਤਾ। ਆਈਨਸਟਾਈਨ ਸਾਇੰਸਦਾਨ ਵੀ ਸਿਰੇ ਦਾ ਸੀ, ਲੇਕਿਨ ਰੱਬ ਦੇ ਉੱਤੇ ਉਹਦੀ ਵਿਸ਼ਵਾਸ ਵੀ ਸੀਗਾ। ਉਹਨੇ ਜਿਹੜੀ ਥਿਊਰੀ ਦਿੱਤੀ ਹੈ ਉਹ ਬਹੁਤ ਕਮਾਲ ਦੀ ਥਿਊਰੀ ਹੈ। ਹੁਣ ਸਾਇੰਸ ਵਾਲੇ ਵੀ ਰੱਬ ਨੂੰ ਮੰਨਣ ਲੱਗ ਗਏ ਵੀ ਰੱਬ ਤਾਂ ਐਬਸੋਲਿਊਟ ਹੈ, ਉਹ ਤਾਂ ਆਲ ਪਾਵਰਫੁੱਲ ਹੈ। ਜਿਹੜੇ ਦੁਨੀਆ ਦੇ ਸਿਧਾਂਤ ਹੈ, ਜਿਵੇਂ ਪਹਿਲਾਂ ਕਹਿੰਦੇ ਸੀ, ਅਸੀਂ ਵੀ ਪੜ੍ਹਦੇ ਹੁੰਦੇ ਸੀ ਛੋਟੇ ਹੁੰਦੇ ਵੀ ਲਾਈਟ ਟਰੈਵਲਸ ਇਨ ਸਟਰੇਟ ਲਾਈਨਸ। ਲਾਈਟ ਜਿਹੜੀ ਹੈ ਉਹ ਸਿੱਧੀਆਂ ਕਿਰਨਾਂ ਵਿੱਚ ਤੁਰਦੀ ਹੈ, ਸਿੱਧੇ ਰਸਤੇ 'ਤੇ। ਲੇਕਿਨ ਆਈਨਸਟਾਈਨ ਨੇ ਦੱਸ ਦਿੱਤਾ ਵੀ ਜਦੋਂ ਲਾਈਟ ਕਿਸੇ ਗ੍ਰਹਿ ਦੇ ਕੋਲ ਦੀ ਪਾਸ ਹੁੰਦੀ ਹੈ ਤਾਂ ਉਹ ਗ੍ਰਹਿ ਦਾ ਜਿਹੜਾ ਗੁਰੂਤਾ ਸ਼ਕਤੀ ਹੁੰਦੀ ਹੈ, ਗ੍ਰੈਵਿਟੀ, ਉਹਦੇ ਕਰਕੇ ਉਹ ਕਿਰਨਾਂ ਵੀ ਟੇਢੀਆਂ ਹੋ ਜਾਂਦੀਆਂ, ਵਾਰਪ ਹੋ ਜਾਂਦੀਆਂ, ਟਵਿਸਟ ਹੋ ਜਾਂਦੀਆਂ। ਤਾਂ ਸਿਧਾਂਤ ਬਦਲ ਗਿਆ ਪਹਿਲਾਂ। ਤਾਂ ਪਰਮਾਤਮਾ ਜਿਹੜਾ ਉਹ ਲੌਜੀਕਲ ਸੱਚ ਨਹੀਂ ਹੈ, ਉਹ ਸੱਤ ਹੈ, ਉਹ ਹਮੇਸ਼ਾ ਤੋਂ ਸੱਚ ਹੈ। ਇਹਦੀ ਵੀ ਵਿਚਾਰ ਅੱਜ ਆਪਾਂ ਕਰਨੀ ਹੈ। ਜਿਵੇਂ ਸਾਧ ਸੰਗਤ ਜੀ ਉਹ ਸੱਚ ਹੈ ਜਿਹੜਾ, ਜਾਂ ਸੱਤ ਕਹਿ ਲਓ, ਵੇਦਾਂ ਵਿੱਚ ਤਾਂ ਸੱਤ ਸ਼ਬਦ ਆਉਂਦਾ, ਪਰ ਪੰਜਾਬੀ 'ਚ ਉਹਦਾ ਕੋਰਸਪੋਂਡਿੰਗ ਸ਼ਬਦ ਸੱਚ ਹੈ। ਉਹ 3 ਕਿਸਮ ਦੇ ਸੱਚ ਹੈ, 3 ਆਰਡਰਸ ਆਫ ਸੱਤ ਹੈ। ਇੱਕ ਤਾਂ ਹੁੰਦਾ ਪਰਿਭਾਸ਼ਕ ਸੱਚ, ਸੱਚ ਕਹਿ ਲਓ ਚਾਹੇ ਸੱਤ ਕਹਿ ਲਓ, ਬਾਤ ਇੱਕੋ ਹੀ ਹੈ। ਪਰਿਭਾਸ਼ਕ ਸੱਚ ਹੁੰਦਾ ਹੈ ਬਈ ਮੈਂ ਇਹ ਚੀਜ਼ ਦੇਖ ਰਿਹਾ ਇਸ ਲਈ ਇਹ ਸੱਚ ਹੈ। ਸਬਜੈਕਟਿਵ ਰਿਐਲਿਟੀ ਕਹਿੰਦੇ ਨੇ, ਆਬਜੈਕਟਿਵ ਨਹੀਂ ਹੁੰਦੀ, ਸਬਜੈਕਟਿਵ, ਮਨ ਵਿੱਚ। ਇਹ ਵਿਅਕਤੀਗਤ ਰਾਏ ਹੈ ਬਈ ਰੱਸੀ ਨੂੰ ਬੰਦਾ ਸੱਪ ਸਮਝੇ ਹਨੇਰੇ 'ਚ ਪਈ ਹੋਈ ਨੂੰ।
ਜਦੋਂ ਚਾਨਣਾ ਹੋ ਗਿਆ ਤਾਂ ਉਹਨੂੰ ਗਿਆਨ ਹੋ ਜਾਣਾ ਵੀ ਇਹ ਤਾਂ ਸੱਪ ਨਹੀਂ, ਇਹ ਤਾਂ ਰੱਸੀ ਹੈ, ਇਹ ਕੱਟ ਵੀ ਨਹੀਂ ਸਕਦੀ, ਕਿਸੇ ਨੂੰ ਵੱਢ ਨਹੀਂ ਸਕਦੀ। ਲੇਕਿਨ ਇਹ ਸਭ ਨਾਲ ਨਹੀਂ ਵਾਪਰਦੀ ਗੱਲ, ਕੁਛ ਬੰਦਿਆਂ ਨਾਲ ਵਾਪਰ ਸਕਦੀ ਹੈ। ਤੋ ਇੱਕ ਤਾਂ ਹੋ ਗਿਆ ਇਹ ਪਰਿਭਾਸ਼ਕ ਸੱਚ, ਜਿੰਨਾ ਚਿਰ ਚਾਨਣਾ ਨਹੀਂ ਹੁੰਦਾ ਬੰਦੇ ਨੂੰ ਉਨਾ ਚਿਰ ਲੱਗਦਾ ਹੈ ਵੀ ਇਹ ਸੱਪ ਹੈ। ਦੂਜਾ ਹੈਗਾ ਵਿਵਹਾਰਕ ਸੱਚ। ਵਿਵਹਾਰਕ ਸੱਚ ਕਿਆ ਹੈ? ਜੋ ਰੱਸੀ ਨੂੰ ਅੰਧੇਰੇ ਦੇ ਵਿੱਚ ਪਈ ਨੂੰ ਰੱਸੀਓ ਸਮਝਦਾ ਹੈ, ਉਹਨੂੰ ਪਹਿਲਾਂ ਤੋਂ ਖਿਆਲ ਹੈ, ਇਸ ਗੱਲ ਦਾ ਗਿਆਨ ਹੈ ਵੀ ਇਹ ਰੱਸੀ ਹੈ, ਸੱਪ ਨਹੀਂ ਹੈ। ਇਹ ਜਿਹੜੀ ਸਬਜੈਕਟਿਵ ਰਿਐਲਿਟੀ ਹੈ ਸੁਪਨੇ ਵਾਲੀ, ਰੱਸੀ ਨੂੰ ਸੱਪ ਸਮਝਣਾ, ਇਹ ਇੰਪੈਰੀਕਲ ਐਕਸਪੀਰੀਅੰਸ 'ਤੇ ਡਿਪੈਂਡ ਕਰਦੀ ਹੈ। ਯਾਨੀ ਸਾਇੰਟੀਫਿਕ ਐਕਸਪੀਰੀਅੰਸ ਜਿਹੜਾ ਆਪਾਂ ਲੌਜੀਕਲ ਕਹਿੰਦੇ ਹਾਂ, ਉਹਦੇ ਉੱਤੇ ਡਿਪੈਂਡ ਕਰਦੀ ਹੈ। ਜਦੋਂ ਆਪਾਂ ਨੂੰ ਇੰਪੈਰੀਕਲ ਯਾਨੀ ਖੋਜਬੀਨ ਨਾਲ, ਸਾਇੰਸ ਦੇ ਤਰੀਕੇ ਨਾਲ ਸੱਚ ਦਾ ਪਤਾ ਲੱਗ ਗਿਆ, ਫਿਰ ਉਹ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਇਹ ਰੱਸੀ ਨਹੀਂ ਹੈ, ਇਹ ਰੱਸੀ ਹੈ, ਸੱਪ ਨਹੀਂ ਹੈ। ਰਾਜ ਭਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ, ਗੁਰਬਾਣੀ ਦੀ ਤੁਕ ਹੈ। ਰਾਜ ਰੱਸੀ ਨੂੰ ਕਹਿੰਦੇ ਆ, ਲੇਜੂ ਵੀ ਕਹਿ ਦਿੰਦੇ ਆ, ਲੱਜ ਕਹਿੰਦੇ, ਉਹ ਰੱਜ ਤੋਂ ਹੀ ਸ਼ਬਦ ਬਣਿਆ ਹੋਇਆ। ਰਾਜ ਭਯੰਗ ਹੁੰਦਾ ਸੱਪ। ਇਹ ਜਿਹੜਾ ਸ਼ੰਕਰਾਚਾਰੀਆ ਨੇ ਦਿੱਤਾ ਸੀ ਸਿਧਾਂਤ ਬਈ ਰੱਸੀ ਨੂੰ ਸੱਪ ਸਮਝਦਾ ਬੰਦਾ ਹਨੇਰੇ 'ਚ, ਔਰ ਬੰਦਾ ਜਿਹੜਾ ਹੈਗਾ ਜਿੰਨਾ ਚਿਰ ਮਾਇਆ ਦਾ ਇਹਦੇ ਪਰ ਲੇਪ ਹੈ ਮਨ ਪਰ, ਇਹਨੂੰ ਸੱਚ ਨਹੀਂ ਅਸਲੀ ਦਿਖਦਾ ਹੈ। ਇਹ ਬਾਕੀ ਚੀਜ਼ਾਂ ਨੂੰ ਸੱਚ ਮੰਨੀ ਬੈਠਾ ਹੈ, ਮਾਇਆ ਨੂੰ ਵੀ ਸੱਚ ਮੰਨੀ ਬੈਠਾ, ਹਾਲਾਂਕਿ ਇਹਨਾਂ ਨੇ ਰਹਿਣਾ ਕੋਈ ਨਹੀਂ ਹੈ। ਤੋ ਜਿਹੜਾ ਸੱਤ ਹੈ ਜਾਂ ਸੱਚ ਹੈ ਉਹ ਐਵਰ ਐਗਜ਼ਿਸਟ ਕਰਦਾ, ਹਮੇਸ਼ਾ ਹੀ ਸੱਚ ਹੋਊਗਾ, ਪਹਿਲਾਂ ਵੀ ਥਾ, ਹੁਣ ਵੀ ਹੈ, ਬਾਅਦ 'ਚ ਵੀ ਰਹੂਗਾ। ਇਹ ਨਹੀਂ ਹੈ ਵੀ ਰੱਸੀ ਜਾਂ ਚਾਨਣਾ ਹੋ ਗਿਆ ਫਿਰ ਸੱਪ ਹਟ ਗਿਆ ਦੇਖਣੋਂ, ਰੱਸੀ ਬਣ ਗਈ। ਜਿਹੜਾ ਪਰਮਾਰਥਕ ਸੱਚ ਹੈ, ਅਸਲੀ ਸੱਚ, ਐਬਸੋਲਿਊਟ ਸੱਚ, ਜਿਹੜਾ ਰੱਬ ਨੂੰ ਕਹਿੰਦੇ ਆਪਾਂ, ਰੱਬ ਐਬਸੋਲਿਊਟ ਹੈ, ਉਹ ਹਮੇਸ਼ਾ ਹੀ ਸੱਚ ਹੈ। ਜਿਹੜਾ ਅਸੱਤ ਹੁੰਦਾ ਹੈ ਉਹ ਕਦੇ ਵੀ ਸੱਚ ਐਗਜ਼ਿਸਟ ਨਹੀਂ ਕਰਦਾ, ਝੂਠ ਜਿਹਨੂੰ ਕਹਿੰਦੇ ਆਪਾਂ। ਇੱਕ ਹੁੰਦਾ ਮਿਥਿਆ ਜਾਂ ਮਾਇਆ, ਉਹ ਹੁਣ ਐਗਜ਼ਿਸਟ ਕਰਦਾ ਲੇਕਿਨ ਉਹਨੇ ਰਹਿਣਾ ਨਹੀਂ ਹੈ, ਕੁਛ ਚਿਰ ਬਾਅਦ ਖਤਮ ਹੋ ਜਾਣਾ, ਉਹਨੂੰ ਕਹਿੰਦੇ ਆ ਮਾਇਆ। ਸੁਖਮਨੀ ਸਾਹਿਬ 'ਚ ਮਿਥਿਆ ਦਾ ਬਹੁਤ ਸੁੰਦਰ ਵਿਆਖਿਆ ਮਿਥਿਆ ਦੀ ਕਰੀ ਹੋਈ ਹੈ ਗੁਰੂ ਸਾਹਿਬ ਨੇ। ਤੋ ਇਹਨਾਂ ਸ਼ਬਦਾਂ ਨੂੰ ਜੇ ਆਪਾਂ ਚੰਗੀ ਤਰ੍ਹਾਂ ਗਹਿਰਾਈ 'ਚ ਪਕੜ ਲਈਏ, ਗੁਰਬਾਣੀ ਦੀ ਸਮਝ ਸੌਖੀ ਹੋ ਜਾਂਦੀ। ਮਿਥਿਆ ਜਿਹੜਾ ਸਭ ਕੁਛ ਮਿਥਿਆ ਹੈ, ਸੁਖਮਨੀ ਸਾਹਿਬ 'ਚ ਜ਼ਿਕਰ ਆਉਂਦਾ, ਬਾਕੀ ਬਾਣੀ 'ਚ ਵੀ ਬਹੁਤ ਆਉਂਦਾ। ਉਹਦਾ ਮਤਲਬ ਇਹ ਨਹੀਂ ਹੈ ਵੀ ਉਹ ਬਿਲਕੁਲ ਝੂਠ ਹੈ ਜਾਂ ਅਸੱਤ ਹੈ, ਨਹੀਂ। ਸੰਸਾਰ ਮਿਥਿਆ ਹੈ, ਪੁੱਤ ਧੀ ਮਿਥਿਆ, ਚੰਦ ਸੂਰਜ ਮਿਥਿਆ, ਸਭ ਚੀਜ਼ਾਂ ਜੋ ਦੇਖਦੀਆਂ ਇਹ ਮਿਥਿਆ ਹੈ। ਇਹਦਾ ਮਤਲਬ ਇਹ ਹੈ ਵੀ ਹੁਣ ਇਹ ਸੱਚ ਹੈ, ਪਰ ਇਹਨਾਂ ਨੇ ਕਿਸੇ ਟਾਈਮ ਸੱਚ ਨਹੀਂ ਰਹਿਣਾ, ਇਹਨਾਂ ਨੇ ਮਿਟ ਜਾਣਾ। 20-50 ਸਾਲ ਬਾਅਦ ਪੁੱਤਰ ਧੀ ਨੇ ਵਿਛੜ ਜਾਣਾ, ਮਾਂ ਬਾਪ ਨੇ ਵਿਛੜ ਜਾਣਾ, ਕਦੇ ਨਾ ਕਦੇ ਚੰਦ ਸੂਰਜ ਧਰਤੀਆਂ ਨੇ ਵੀ ਖਤਮ ਹੋ ਜਾਣਾ। ਤੋ ਇਹ ਮਿਥਿਆ ਹੈ ਸਾਰੀ। ਜਿਹੜਾ ਪਰਮਾਰਥਕ ਸੱਚ ਹੈ ਤੀਜਾ, ਪਹਿਲਾ ਹੋ ਗਿਆ ਪਰਿਭਾਸ਼ਕ ਸੱਚ, ਦੂਜਾ ਹੋ ਗਿਆ ਵਿਵਹਾਰਕ ਸੱਚ, ਤੀਜਾ ਹੋ ਗਿਆ ਪਰਮਾਰਥਕ ਸੱਚ, ਯਾਨੀ ਪਰਮਾਰਥਕ ਰਿਐਲਿਟੀ। ਉਹ ਪਰਮਾਤਮਾ ਹੈ, ਉਹ ਐਬਸੋਲਿਊਟ ਹੈ, ਉਹਨੇ ਹਮੇਸ਼ਾ ਹੀ ਰਹਿਣਾ ਹੈ। ਮਿਥਿਆ ਅੱਜ ਸੱਚ ਹੈ ਲੇਕਿਨ ਕੱਲ੍ਹ ਨੂੰ ਉਹਨੇ ਫਿਰ ਨਹੀਂ ਰਹਿਣਾ, ਅੱਜ ਐਗਜ਼ਿਸਟ ਕਰਦੀ ਹੈ, ਕੱਲ੍ਹ ਨੂੰ ਨਹੀਂ ਰਹਿਣਾ। ਉਹ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਨਾ ਵੀ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਉਹ ਪਰਮਾਰਥਕ ਸੱਚ ਦੀ ਵਿਆਖਿਆ ਹੈ। ਪਰਮਾਤਮਾ ਇਸੇ ਤਰ੍ਹਾਂ ਐਬਸੋਲਿਊਟ ਹੈ, ਉਹਨੇ ਹਮੇਸ਼ਾ ਹੀ ਰਹਿਣਾ। ਅਸੱਤ ਜਿਹੜਾ ਹੁੰਦਾ ਉਹ ਝੂਠ ਹੁੰਦਾ, ਅਸੱਤ ਹੁੰਦਾ ਹੀ ਨਹੀਂ ਕਦੇ, ਉਹ ਐਗਜ਼ਿਸਟ ਨਹੀਂ ਕਰਦਾ। ਲੇਕਿਨ ਮਿਥਿਆ ਐਗਜ਼ਿਸਟ ਕਰਦੀ ਹੈ, ਪਰ ਰਹਿੰਦੀ ਉਹ ਵੀ ਹੈ ਨਹੀਂ, ਇਸ ਕਰਕੇ ਉਹਨੂੰ ਮਿਥਿਆ ਕਹਿੰਦੇ ਆ। ਤੋ ਮਿਥਿਆ ਨੂੰ ਨਿਰੋਪਰੀ ਆਪਾਂ ਝੂਠ ਵੀ ਨਹੀਂ ਕਹਿ ਸਕਦੇ। ਸੱਤ ਦੇ ਔਰ ਅਸੱਤ ਦੇ ਜਿਹੜੀ ਇਨ ਬਿਟਵੀਨ ਸਟੇਜ ਹੈ ਉਹ ਮਿਥਿਆ ਹੈ। ਸਾਧ ਸੰਗਤ ਜੀਓ, ਇਹ ਜਿਹੜਾ ਪਰਮਾਤਮਾ ਉਹ ਅਨੰਤ ਹੈ, ਉਹਦਾ ਅਨੰਤ ਦਾ ਕੋਈ ਆਕਾਰ ਨਹੀਂ ਹੋ ਸਕਦਾ, ਇਸੇ ਕਰਕੇ ਉਹ ਨਿਰਾਕਾਰ ਹੈ, ਸਭ ਤੋਂ ਵੱਡਾ ਹੈ। ਜਿਹਨੂੰ ਆਪਾਂ ਇਹ ਮੰਨ ਲਈਏ ਵੀ ਉਹਦੀ ਕੋਈ ਲਿਮਟ ਹੈ, ਉਹ ਪਰਮਾਤਮਾ ਨਹੀਂ ਹੋ ਸਕਦਾ, ਉਹ ਅਨੰਤ ਹੈ। ਬਾਰ-ਬਾਰ ਜ਼ਿਕਰ ਆਉਂਦਾ ਗੁਰਬਾਣੀ 'ਚ ਇਹਦਾ। ਤੋ ਜਿਹੜੀ ਰੱਸੀ ਹੁੰਦੀ ਹੈ, ਜੇ ਕਿਸੇ ਬੰਦੇ ਨੂੰ ਲੱਗਦਾ ਵੀ ਇਹ ਸੱਪ ਹੈ, ਉਹ ਸੱਪ ਕੱਟ ਨਹੀਂ ਸਕਦਾ ਚਾਹੇ ਉਹਨੂੰ ਹੱਥ ਵੀ ਪਾ ਲਓ, ਕਿਉਂਕਿ ਉਹ ਹੈ ਹੀ ਨਹੀਂ ਸੱਪ, ਅਸਲ 'ਚ ਉਹ ਰੱਸੀ ਹੁੰਦੀ ਹੈ। ਇਹ ਸ਼ੰਕਰ ਨੇ ਮਿਸਾਲ ਦਿੱਤੀ ਹੋਈ ਹੈ, ਸ਼ੰਕਰਾਚਾਰੀਆ ਨੇ, ਇਹਦਾ ਜ਼ਿਕਰ ਗੁਰਬਾਣੀ 'ਚ ਵੀ ਆਉਂਦਾ। ਤੋ ਜਿਹੜਾ ਵਿਵਹਾਰਕ ਸੱਚ ਹੈ
ਉਹ ਇਸ ਤਰ੍ਹਾਂ ਜਿਵੇਂ ਇੱਕ ਪੋਟ ਲੈ ਲਓ ਆਪਾਂ। ਪੋਟ ਮੀਨਸ ਕੋਈ ਛੋਟਾ ਜਿਹਾ ਕੋਈ ਮਿੱਟੀ ਦਾ ਭਾਂਡਾ, ਗਮਲੇ ਦੇ ਵਿੱਚ ਥੋੜ੍ਹਾ ਜਿਹਾ ਛੋਟਾ ਹੀ ਹੋਵੇ ਚਾਹੇ, ਜਿਹਨੂੰ ਪੋਟ ਕਹਿ ਦਿੰਦੇ ਆਪਾਂ, ਛੋਟਾ ਜਿਹਾ। ਉਹ ਜਦੋਂ ਆਪਾਂ ਨੂੰ, ਜਦੋਂ ਉਹਨੇ ਭੰਨ ਵੀ ਹੋ ਜਾਣਾ, ਫੁੱਟ ਵੀ ਜਾਣਾ, ਉਹ ਠੀਕਰਾ ਬਣ ਜਾਣਾ, ਉਹਨੇ ਤਾਂ ਵੀ ਰਹਿਣਾ ਹੀ ਰਹਿਣਾ, ਉਹ ਮਿਟਦਾ ਨਹੀਂ ਹੈ। ਉਹ ਐਂ ਨਹੀਂ ਲੱਗਦਾ ਵੀ ਇਹ ਸੱਪ ਨਹੀਂ ਹੈ, ਮਿਟ ਵੀ ਗਿਆ ਉਹਨੇ ਤਾਂ ਵੀ ਉਸ ਤਰ੍ਹਾਂ ਰਹਿਣਾ, ਫੁੱਟ ਗਿਆ ਤਾਂ ਵੀ ਉਹੀ ਰਹਿਣਾ। ਜਿਹੜਾ ਹੈਗਾ ਪਰਮਾਰਥਕ ਸੱਚ, ਉਹ ਦੇਸ਼ ਕਾਲ, ਟਾਈਮ ਐਂਡ ਸਪੇਸ ਤੋਂ ਬਿਲਕੁਲ ਉੱਪਰ ਹੈ। ਵਸਤੂ, ਸਪੇਸ, ਟਾਈਮ ਦਾ ਉਹਦੇ ਉੱਪਰ ਕੋਈ ਅਸਰ ਨਹੀਂ, ਉਹਨਾਂ ਤੋਂ ਇੰਡੀਪੈਂਡੈਂਟ ਹੁੰਦਾ ਉਹ ਪਰਮਾਤਮਾ ਜਿਹੜਾ ਹੈ। ਜਿਹੜੀ ਹੈਗਾ ਵਿਵਹਾਰਕ ਸੱਚ ਯਾਨੀ ਮਾਇਆ, ਇਹਦੇ ਨਾਮ ਔਰ ਰੂਪ ਹੁੰਦੇ ਦੋਹੇ। ਜਿਵੇਂ ਰਾਮ ਸਿੰਘ ਹੈ ਕੋਈ, ਇਹ ਉਹਦਾ ਨਾਮ ਹੈ, ਉਹਦਾ ਕੋਈ ਰੂਪ ਵੀ ਹੈਗਾ। ਇਹਨਾਂ ਦੀ ਕੋਈ ਐਗਜ਼ਿਸਟੈਂਸ ਨਹੀਂ ਹੈ, ਇਹ ਪਰਮਾਤਮਾ ਤੋਂ ਬਣੇ ਹੋਏ ਸਾਰੇ। ਰਾਮ ਸਿੰਘ ਪਰਮਾਤਮਾ ਨੇ ਬਣਾਇਆ ਹੋਇਆ। ਭਾਵੇਂ ਅੱਜ ਕੱਲ੍ਹ ਉਹਦਾ ਰੂਪ ਰੰਗ ਦਿਖਦਾ, ਪਰ ਉਹਨੇ ਰਹਿਣਾ ਕੋਈ ਨਹੀਂ। ਉਹ ਹੁੰਦਾ ਪਰਮਾਰਥਕ ਸੱਚ ਜਿਹੜਾ ਹਮੇਸ਼ਾ ਰਹੇ। ਇਹ ਹੈਗਾ ਵਿਵਹਾਰਕ ਸੱਚ, ਦੇਖਣ ਨੂੰ ਸੱਚ ਲੱਗਦਾ। ਜਦੋਂ ਭਾਂਡਾ ਟੁੱਟ ਜਾਂਦਾ ਹੈ, ਮਿੱਟੀ ਦਾ ਕੋਈ ਪੋਟ ਫੁੱਟ ਜਾਂਦਾ ਹੈ, ਤਾਂ ਉਹ ਕਲੇ ਰਹਿ ਜਾਂਦੀ ਹੈ। ਕਲੇ ਯਾਨੀ ਮਿੱਟੀ ਜਿੱਤੋਂ ਉਹ ਭਾਂਡਾ ਬਣਿਆ ਵਾ ਹੁੰਦਾ, ਤਾਂ ਉਹ ਕਲੇ ਫਿਰ ਵੀ ਰਹਿੰਦੀ ਹੈ। ਜਿਵੇਂ ਸੱਪ ਨਹੀਂ ਨਾ ਰਹਿੰਦਾ, ਰੱਸੀ ਦਾ ਗਿਆਨ ਹੋ ਜਾਂਦਾ, ਇਹ ਜਿਹੜਾ ਵਿਵਹਾਰਕ ਸੱਚ ਹੈ ਉਹਦੇ ਵਿੱਚ ਇਹ ਚੀਜ਼ ਫਿਰ ਵੀ ਰਹਿੰਦੀ ਹੈ। ਜਿਵੇਂ ਮਾਇਆ ਹੈ ਜਿਹੜੀ, ਜਦ ਇਹਦਾ ਗਿਆਨ ਹੋ ਗਿਆ ਆਪਾਂ ਨੂੰ ਵੀ ਮਾਇਆ ਇਹ ਮਿਥਿਆ ਹੈ, ਇਹਨੇ ਫਿਰ ਵੀ ਰਹਿਣਾ ਹੈ, ਇਹਦੇ ਨਾਲ ਹੀ ਚੱਲਣਾ, ਇਹਦੇ ਵਿੱਚ ਹੀ ਰਹਿਣਾ। ਇਹ ਗੁਰਮਤਿ ਦਾ ਫਲਸਫਾ ਹੈ ਵੀ ਮਾਇਆ ਨੂੰ ਛੱਡਣਾ ਨਹੀਂ ਹੈ, ਤਿਆਗਣਾ ਨਹੀਂ ਹੈ। ਇਹ ਸਿਧਾਂਤ ਹੈ ਗੁਰਬਾਣੀ ਦਾ ਵੀ ਜਦੋਂ ਜਿਹੜਾ ਇਹ ਵਿਵਹਾਰਕ ਸੱਚ ਹੈ, ਇਹਦਾ ਗਿਆਨ ਵੀ ਹੋ ਗਿਆ ਆਪਾਂ ਨੂੰ ਵੀ ਮਾਇਆ ਇਹ ਜਿਹੜੀ ਹੈ ਮਿਥਿਆ ਹੈ, ਪੁੱਤਰ ਧੀ ਮਿਥਿਆ ਹੈ, ਇਹਨਾਂ ਨੂੰ ਛੱਡਣਾ ਨਹੀਂ ਹੈ, ਇਹਨਾਂ ਦੇ ਵਿੱਚ ਹੀ ਰਹਿਣਾ। ਇਹ ਉਹਦਾ ਹੁਕਮ ਹੈ। ਚੂੜੀਆਂ, ਕੜੇ, ਮੁੰਦਰੀਆਂ, ਹਾਰ ਗਲੇ ਦੇ, ਇਹ ਸਭ ਸੋਨੇ ਤੋਂ ਬਣਦੇ, ਸ਼ੂਨਿਆ ਤੋਂ ਨਹੀਂ ਬਣ ਸਕਦੇ। ਜਿਵੇਂ ਬੁੱਧ ਧਰਮ ਦਾ ਸਿਧਾਂਤ ਹੈ, ਸ਼ੂਨਿਆ 'ਚ ਸ਼ੂਨਿਆ ਹੀ ਨਿਕਲ ਸਕਦਾ ਹੈ। ਜੇ ਸੋਨਾ ਦੀ ਹੋਂਦ ਹੈ ਤਾਂ ਇਹ ਹਾਰ ਮੁੰਦਰੀਆਂ ਵਗੈਰਾ ਬਣਨੇ। ਅਤੇ ਜਦੋਂ ਇਹ ਭੱਜ ਵੀ ਜਾਣਗੇ ਜਾਂ ਟੁੱਟ ਫੁੱਟ ਵੀ ਹੋ ਜਾਊਗੀ ਸੋਨੇ ਦੇ ਗਹਿਣਿਆਂ ਦੀ, ਤਾਂ ਰਹਿਣਾ ਉਹਨੇ ਸੋਨਾ ਹੀ ਹੈ ਫਿਰ ਵੀ। ਐਸੇ ਤਰੀਕੇ ਨਾਲ ਇਹ ਸੰਸਾਰ ਜਦ ਟੁੱਟਦਾ ਭੱਜਦਾ ਵੀ ਹੈ ਤਾਂ ਪਰਮਾਤਮਾ ਫਿਰ ਵੀ ਰਹਿੰਦਾ ਹੈ, ਕਿਉਂਕਿ ਉਹਦੇ ਵਿੱਚੋਂ ਹੀ ਨਿਕਲਿਆ, ਵਿੱਚ ਹੀ ਸਮਾਉਣਾ। ਪਰਮਾਰਥਕ ਸੱਤ ਤਿੰਨੇ ਕਾਲਾਂ 'ਚ ਔਰ ਤਿੰਨੇ ਅਵਸਥਾ ਵਿੱਚ ਸੱਚ ਹੁੰਦਾ ਹੈ। ਤਿੰਨੇ ਕਾਲ, ਪਹਿਲਾ ਕਾਲ, ਹੁਣ ਦਾ ਕਾਲ ਔਰ ਆਉਣ ਵਾਲਾ ਕਾਲ, ਔਰ ਤਿੰਨੇ ਅਵਸਥਾਵਾਂ ਕਿਹੜੀਆਂ ਕਿਹੜੀਆਂ? ਸੁਪਨਾ, ਜਾਗਰਤ ਔਰ ਗੂੜੀ ਨੀਂਦ, ਅਤੇ ਚੌਥੀ ਹੁੰਦੀ ਹੈ ਤੁਰੀਆ, ਜਿਹੜਾ ਐਵਰ ਅਵੇਕ ਹੁੰਦੀ ਹੈ। ਇਹ ਤਿੰਨੇ ਜਿਹੜੀਆਂ ਅਵਸਥਾਵਾਂ, ਇਹਨਾਂ ਦੇ ਵਿੱਚ ਵੀ ਪਰਮਾਰਥਕ ਸੱਤ ਉਸੇ ਤਰ੍ਹਾਂ ਰਹਿੰਦਾ, ਵਿਦਵਾਨ ਰਹਿੰਦਾ, ਐਗਜ਼ਿਸਟੈਂਟ ਹੁੰਦਾ ਹੈ ਜਿਹੜਾ ਪਰਮਾਰਥਕ ਸੱਚ ਹੈ। ਔਰ ਸਾਧ ਸੰਗਤ ਜੀਓ, ਇਹ ਜਿਹੜੀਆਂ ਆਪਣੀਆਂ ਇੰਦਰੀਆਂ, ਇਹ ਵਸਤੂਆਂ ਨੂੰ ਦੇਖਦੀਆਂ, ਮਹਿਸੂਸ ਵੀ ਕਰਦੀਆਂ, ਕਿਉਂਕਿ ਇਹ ਇੰਦਰੀਆਂ ਪਰਮਾਰਥਕ ਸੱਚ 'ਤੇ ਬੇਸਡ ਹੈ। ਆਈ ਵਿਦਨ ਆਈ, ਈਅਰ ਵਿਦਨ ਈਅਰ, ਜਾਂ ਐਂ ਵੀ ਕਹਿ ਸਕਦੇ ਹਾਂ ਆਪਾਂ, ਪਰਮਾਤਮਾ ਇਜ਼ ਆਈ ਆਫ ਦਾ ਆਈ, ਜਾਂ ਵਾਹਿਗੁਰੂ ਇਜ਼ ਈਅਰ ਆਫ ਦਾ ਈਅਰ, ਕੰਨ ਦਾ ਕੰਨ, ਕਿਉਂਕਿ ਕੰਨ ਦਾ ਕੰਮ ਸੁਣਨਾ ਹੈ, ਅੱਖਾਂ ਦਾ ਕੰਮ ਦੇਖਣਾ ਹੈ। ਇਹ ਆਪਣੇ ਤੌਰ ਪਰ ਕੁਛ ਨਹੀਂ ਕਰਦੀਆਂ, ਇਹਨਾਂ ਦੇ ਪਿੱਛੇ ਪਰਮਾਰਥਕ ਸੱਚ ਹੈ, ਪਰਮਾਤਮਾ ਵਾਲਾ ਸੱਚ ਜਿਹੜਾ ਐਬਸੋਲਿਊਟ ਰੱਬ ਹੈ, ਉਹਦੇ ਕਰਕੇ ਇਹ ਦੇਖਦੀਆਂ। ਉਹਦੀ ਸੱਤਾ ਜੇ ਪਿੱਛੇ ਹੈਗੀ ਹੈ ਤਾਂ ਇਹ ਦੇਖਦੀਆਂ, ਨਹੀਂ ਇਹ ਸੁਣ ਨਹੀਂ ਸਕਦੇ ਕੰਨ। ਇਸੇ ਕਰਕੇ ਕਹਿੰਦੇ ਹੀ ਇਜ਼ ਆਈ ਆਫ ਦਾ ਆਈ। ਜਿਵੇਂ ਕੋਈ ਬਲਬ ਹੋਵੇ, ਉਹ ਬਲਦਾ ਕਿਵੇਂ ਹੈ? ਜੇ ਪਿੱਛੇ ਤੇ ਇਲੈਕਟ੍ਰੀਸਿਟੀ ਹੋਊਗੀ, ਜੇ ਚਲੇਗੀ ਤਾਂ ਬਲਬ ਨੇ ਬੁੱਝ ਜਾਣਾ। ਬਿਲਕੁਲ ਉਹੀ ਕੰਮ ਅੱਖਾਂ ਦਾ। ਜੇ ਪਿੱਛੇ ਆਤਮਿਕ ਜੋਤ ਹੈ, ਪਰਮਾਤਮਈ ਜੋਤ ਹੈ, ਤਾਂ ਇਹ ਅੱਖਾਂ ਦੇਖੂਗੀਆਂ, ਨਹੀਂ ਇਹਨਾਂ ਨੇ ਖਤਮ ਹੋ ਜਾਣਾ, ਬੰਦ ਹੋ ਜਾਣਗੀਆਂ ਦੇਖਣੇ ਤੋਂ। ਤੋ ਜੇ ਆਪਾਂ ਨੂੰ ਵਿਵਹਾਰਕ ਸੱਚ ਦਾ ਪਤਾ ਵੀ ਲੱਗ ਗਿਆ, ਇਹ ਡਿਸਅਪੀਅਰ ਨਹੀਂ ਹੁੰਦਾ। ਜਿਵੇਂ ਜਿਹੜਾ ਪਰਿਭਾਸ਼ਕ ਸੱਚ ਹੈ ਸੁਪਨੇ ਵਾਲਾ, ਜਿਹੜਾ ਐਂ ਲੱਗਦਾ ਵੀ ਇਹ ਰੱਸੀ ਸੱਪ ਹੈ, ਉਹ ਤਾਂ ਸੱਪ ਤਾਂ ਡਿਸਅਪੀਅਰ ਹੋ ਜਾਂਦਾ। ਲੇਕਿਨ ਜਿਹੜਾ ਵਿਵਹਾਰਕ ਸੱਚ ਹੈ ਉਹ ਡਿਸਅਪੀਅਰ ਨਹੀਂ ਹੁੰਦਾ। ਕੋਈ ਪੋਟ ਭੱਜ ਗਿਆ, ਕੋਈ ਗਲਾਸ ਟੁੱਟ ਗਿਆ, ਤਾਂ ਉਹ ਖਤਮ ਨਹੀਂ ਹੋ ਜਾਂਦਾ, ਉਹਦੀ ਹੋਂਦ ਫਿਰ ਵੀ ਰਹਿੰਦੀ ਹੈ। ਇਸ ਕਰਕੇ ਰੱਬ ਨੂੰ ਵੀ ਇਹ ਜਾਣਨਾ ਹੈ, ਇੰਜੋਏ ਕਰਨਾ ਹੈ। ਇਹ ਜਿਹੜਾ ਵਿਵਹਾਰਕ ਸੱਚ ਹੈ, ਇਹਨੂੰ ਨਾਲ ਲੈ ਕੇ ਚੱਲਣਾ, ਇਹਦੇ ਵਿੱਚ ਰਹਿਣਾ, ਇਹਨੂੰ ਛੱਡ ਕੇ ਨਹੀਂ ਜਾਣਾ।
ਜਿਵੇਂ ਪਹਿਲੇ ਫਲਸਫਿਆਂ 'ਚ ਲੋਕ ਜੰਗਲਾਂ ਚਲੇ ਜਾਂਦੇ ਸੀਗੇ ਘਰ-ਬਾਰ ਤਿਆਗ ਕੇ, ਗੁਰਮਤ ਦਾ ਇਹ ਫਲਸਫਾ ਨਹੀਂ ਹੈ। ਗੁਰਮਤ ਇਹ ਫਰਮਾਉਂਦੀ ਹੈ ਵੀ ਪਰਮਾਰਥਕ ਸੱਚ ਤਾਂ ਰਹਿਣਾ ਹੀ ਰਹਿਣਾ ਹੈ, ਪਰ ਲੇਕਿਨ ਜਿਹੜਾ ਵਿਵਹਾਰਕ ਸੱਚ ਹੈ, ਇਹ ਮਾਇਆ ਹੈ, ਇਹ ਜਿਹੜੀ ਮਿਥਿਆ ਹੈ, ਇਹਨੂੰ ਛੱਡਣਾ ਨਹੀਂ ਹੈ, ਇਹਨੂੰ ਇੰਜੋਏ ਕਰਨਾ, ਪਰ ਇਹਦੇ ਨਾਲ ਨਹੀਂ ਚੁੰਬੜਨਾ। ਇਹ ਗੱਲ ਜ਼ਰੂਰ ਨਾਲ ਚੁੰਬੜਾਂਗੇ ਫਿਰ ਸਾਨੂੰ ਇਹਨੇ ਬਰਬਾਦ ਕਰ ਦੇਣਾ। ਅਗਰ ਇਹਨੂੰ ਸਮਝ ਕੇ ਇਹਦੇ ਨਾਲ ਚੱਲਾਂਗੇ, ਇਹਨੂੰ ਆਪਣੇ ਨੀਚੇ ਰੱਖਾਂਗੇ, ਜਿਵੇਂ ਘੋੜੀ ਦੇ ਉੱਪਰ ਆਪਾਂ ਬੈਠੀਏ, ਨਾ ਕਿ ਘੋੜੀ ਨੂੰ ਆਪਣੇ ਉੱਪਰ ਬਿਠਾ ਲਈਏ, ਫਿਰ ਇਹ ਕੰਮ ਵੀ ਦੇਵੇਗੀ। ਫਿਰ ਇਹ ਪਰਮਾਤਮਾ ਦੇ ਪਾਉਣ ਵਿੱਚ ਮਦਦ ਵੀ ਕਰਦੀ ਹੈ ਜਿਹੜੀ ਮਾਇਆ ਹੈ। ਹੁਣ ਔਰਤ ਹੈ ਜਾਂ ਬੰਦਾ ਹੈ ਔਰਤਾਂ ਪ੍ਰਤੀ, ਉਹਦੇ ਨਾਲ ਉਹਦੀ ਸੈਕਸ ਦੀ ਸੈਟਿਸਫੈਕਸ਼ਨ ਪੂਰੀ ਹੁੰਦੀ ਹੈ, ਬਾਕੀ ਜਿਹੜੀਆਂ ਲੋੜਾਂ ਜ਼ਿੰਦਗੀ ਦੀਆਂ ਉਹ ਵੀ ਪੂਰੀਆਂ ਕਰਦੇ ਆ ਦੋਨੋਂ ਜਣੇ। ਪਤੀ ਕਮਾ ਕੇ ਲਿਆਉਂਦਾ, ਪਤਨੀ ਘਰ ਦਾ ਡੋਮੈਸਟਿਕ ਕੰਮ ਕਰਦੀ ਹੈ, ਤੋ ਉਹਦੇ ਨਾਲ ਮਨ ਵਿੱਚ ਸ਼ਾਂਤੀ ਰਹਿੰਦੀ ਹੈ, ਰੱਬ ਵੱਲ ਨੂੰ ਖਿਆਲ ਜਾਊਗਾ। ਜੇ ਨਹੀਂ ਹੋਊ ਪਤੀ ਜਾਂ ਪਤਨੀ ਤਾਂ ਦੇਖ ਲਓ ਫਿਰ ਕਹੇ ਜਿਹੇ ਵਿਚਾਰ ਜਿਨ੍ਹਾਂ ਕੋਲ ਨਹੀਂ ਹੈ, ਉਹਨਾਂ ਨੂੰ ਪੁੱਛ ਕੇ ਦੇਖੋ। ਹਰ ਵਕਤ ਬੇਚੈਨ ਰਹਿੰਦੇ, ਇੱਧਰ ਉੱਧਰ ਝਾਕਦੇ, ਤੱਕੈ ਨਾਰ ਪਰਾਈਆਂ ਲੋਕ ਅੰਦਰ ਠਾਣੀ, ਕਰਮੋ ਆਪੇ ਆਪਣੀ ਆਪੇ ਪਛਤਾਣੀ, ਗੁਰਬਾਣੀ ਦਾ ਫਰਮਾਨ। ਫਿਰ ਝਾਕ ਹਰ ਵਕਤ ਦੂਜੇ ਪਾਸੇ ਰਹੂਗੀ, ਹੋਊਗੀ ਨਾ। ਫਿਰ ਜਿਹੜੀ ਗ੍ਰਸਤੀ ਹੈ ਉਹਦੇ ਨਾਲ ਫਿਰ ਸਾਨੂੰ ਸ਼ਾਂਤੀ ਹੋਊਗੀ, ਤਾਂ ਅਸੀਂ ਪਰਮਾਤਮਾ ਦਾ ਜਾਪ ਕਰਾਂਗੇ। ਇਸੇ ਕਰਕੇ ਗੁਰੂ ਸਾਹਿਬ ਨੇ ਤਿਆਗਿਆ ਨਹੀਂ ਹੈ ਜਿਹੜਾ ਗ੍ਰਸਤੀ ਦਾ ਕਨਸੈਪਟ, ਇਹਨੂੰ ਨਾ ਰੱਖਿਆ। ਇਹਦੇ ਵਿੱਚ ਰਹਿੰਦੇ ਹੋਏ ਪਰਮਾਰਥਕ ਸੱਚ ਨੂੰ ਪਾਉਣਾ ਹੈ, ਇਹ ਵਿਵਹਾਰਕ ਸੱਚ ਦੇ ਨਾਲ ਚੱਲਣਾ ਹੈ। ਪਾਉਣਾ ਪਰਮਾਰਥਕ ਸੱਚ ਹੈ, ਯਾਨੀ ਪਰਮਾਤਮਾ ਨੂੰ ਐਬਸੋਲਿਊਟ ਨੂੰ ਪਾਉਣਾ। ਔਰ ਕੇਵਲ ਗੱਲਾਂ ਹੀ ਨਹੀਂ ਕਰਨੀਆਂ ਉਹਦੀਆਂ, ਉਹਦਾ ਚਿੰਤਨ ਵੀ ਕਰਨਾ। ਆਪਾਂ ਸਾਰੀ ਰਾਤ ਸੁਣੀ ਜਾਈਏ ਗੁਰਬਾਣੀ ਜਾਂ ਕੋਈ ਕਥਾ ਰੱਬ ਦੇ ਨਾਂ ਦੀ, ਕਿਸੇ ਗੁਰਮੁਖਾਂ ਦੀ, ਠੀਕ ਹੈ, ਉਹਦਾ ਆਪਣੀ ਇੱਕ ਅਹਿਮੀਅਤ ਹੈ, ਉਹ ਸਾਨੂੰ ਚਿੰਤਨ ਵੱਲ ਨੂੰ ਲਿਜਾਏਗੀ, ਮਜਬੂਰ ਕਰੂਗੀ ਵੀ ਤੁਸੀਂ ਵੀ ਕਰੋ। ਪਰ ਜਿੰਨਾ ਚਿਰ ਬੰਦਾ ਉਹਦਾ ਚਿੰਤਨ ਨਹੀਂ ਕਰਦਾ, ਨਾਮ ਨਹੀਂ ਜਪਦਾ, ਉਹ ਚੀਜ਼ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤੋ ਚਿੰਤਨ ਬਹੁਤ ਜ਼ਰੂਰੀ ਹੈ। ਇਸੇ ਕਰਕੇ ਸਿਮਰਨ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਚਿੰਤਾ ਨਹੀਂ ਕਰਨੀ, ਚਿੰਤਨ ਜ਼ਰੂਰ ਕਰਨਾ ਹੈ, ਸਿਮਰਨ ਜ਼ਰੂਰ ਕਰਨਾ ਹੈ। ਜੇ ਸਿਮਰਨ ਨਹੀਂ ਕਰਾਂਗੇ, ਰੱਬ ਦੇ ਨਾਂ ਦਾ ਵੀ ਅਤੇ ਰੱਬ ਦੇ ਗੁਣਾਂ ਦਾ ਵੀ, ਇਹ ਦੋ ਚੀਜ਼ਾਂ ਨਹੀਂ ਹੈ। ਪਹਿਲਾਂ ਵਿਚਾਰ ਆ ਲਈ ਇੱਕੋ ਚੀਜ਼ ਹੈ। ਜਦੋਂ ਆਪਾਂ ਉਹਦਾ ਜਾਪ ਕਰਨ ਬੈਠਦੇ ਹਾਂ ਤਾਂ ਮਨ ਵਿੱਚ ਇਹ ਖਿਆਲ ਰਹੂਗਾ, ਜੇ ਆਪਾਂ ਨੇ ਸੰਗਤ 'ਚ ਸੁਣਿਆ ਵੀ ਉਹ ਇੱਕ ਹੈ, ਹੋਰ ਕਿਸੇ ਪਾਸੇ ਖਿਆਲ ਨਹੀਂ ਜਾਊਗਾ, ਕਿਸੇ ਦੇਵੀ ਦੇਵਤੇ ਵੱਲ। ਆ ਗਏ ਨਾ ਉਹਦੇ ਗੁਣਾਂ ਦਾ ਚਿੰਤਨ, ਫਿਰ ਉਹ ਹਮੇਸ਼ਾ 'ਤੇ ਹੈ, ਇਹ ਵੀ ਖਿਆਲ ਮਨ 'ਚ ਆਊਗਾ ਵੀ ਤੂੰ ਸਦਾ ਤੋਂ ਹੈ, ਬਾਕੀ ਜਾਨ ਨੇ ਖਤਮ ਹੋ ਜਾਣਾ, ਇੱਕ ਦਿਨ ਤੈਂ ਖਤਮ ਨਹੀਂ ਹੋਣਾ, ਇਹ ਉਹਦਾ ਗੁਣ ਹੈ। ਤੋ ਉਹਦੇ ਗੁਣਾਂ ਦਾ ਜਾਪ ਆਪਣੇ ਆਪ 'ਤੇ, ਉਹਦਾ ਜਿਹੜਾ ਗਿਆਨ ਹੈ ਉਹਦਾ ਜਾਪ ਆਪਣੇ ਆਪ ਬਣ ਜਾਣਾ। ਨਾਮ ਵੀ ਜਪਣਾ ਹੈ, ਉਹਦੇ ਗੁਣਾਂ ਨੂੰ ਵੀ ਯਾਦ ਰੱਖਣਾ ਨਾਲ ਦੀ ਨਾਲ। ਇਸੇ ਕਰਕੇ ਸ਼ੇਸ਼ਨਾਗ ਦੀ ਮਿਸਾਲ ਆਉਂਦੀ ਹੈ ਗੁਰਬਾਣੀ 'ਚ, ਸ਼ੇਸ਼ਨਾਗ ਜਾਪੈ ਦਿਨ ਰਾਤੀ, ਇੱਕ ਤਿਲ ਤਾਂ ਕਾ ਮਰਮ ਨਾ ਪਾਵਣਿਆ। ਸ਼ੇਸ਼ਨਾਗ ਜੁੱਗਾਂ ਤੋਂ ਬੈਠਾ ਹੈ, ਜਾਪ ਕਰ ਰਿਹਾ ਹੈ, ਲੇਕਿਨ ਇੱਕ ਤਿਲ ਜਿੰਨਾ ਵੀ ਭੇਦ ਨਹੀਂ ਆਇਆ ਉਹਨੂੰ ਰੱਬ ਦਾ। ਇੱਥੋਂ ਫਿਰ ਅਸੀਂ ਦੂਜੇ ਪਾਸੇ ਲਾ ਲੈਂਦੇ, ਜਿਹੜੇ ਵਿਚਾਰਕ ਹੈ ਵੀ ਨਾ ਰੱਬ ਦੇ ਜਪਣ ਦੀ ਲੋੜ ਹੀ ਨਹੀਂ, ਗੁਰਬਾਣੀ ਕਹਿੰਦੀ ਹੈ। ਜਾਂ ਸ਼ੇਸ਼ਨਾਗ ਨੂੰ ਨਹੀਂ ਮਿਲਿਆ ਇੰਨੇ ਯੁੱਗਾਂ 'ਤੇ ਸਾਨੂੰ ਕਿਆ ਮਿਲ ਜੂ, ਐਕਣ ਦੀ ਗੱਲ ਨਹੀਂ ਹੈ। ਇਹ ਸਿਰਫ ਸਮਝਾਉਣ ਖਾਤਰ ਦ੍ਰਿਸ਼ਟਾਂਤ ਦਿੱਤਾ ਹੈ ਵੀ ਕਿਤੇ ਐਂ ਫੋਕਾ ਥੋਥਾ ਨਾ ਕਰਨ ਲੱਗ ਜਿਓ, ਜਾਪ ਇਕੱਲਾ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਨਾ ਕਰਨ ਲੱਗ ਜਿਓ। ਉਹਦੇ ਗੁਣਾਂ ਨੂੰ ਵੀ ਯਾਦ ਰੱਖਣਾ, ਉਸ ਤਰ੍ਹਾਂ ਚੱਲਣਾ ਵੀ ਹੈ, ਕਰਨਾ ਵੀ ਹੈ ਜ਼ਿੰਦਗੀ ਦੇ ਵਿੱਚ। ਇਹ ਸਿਧਾਂਤ ਹੈ, ਦੋਹੇ ਚੀਜ਼ਾਂ ਨਾਲ ਦੀ ਨਾਲ, ਨਾਮ ਵੀ ਜਪਣਾ ਹੈ, ਉਹਦੇ ਗੁਣਾਂ ਨੂੰ ਵੀ ਧਿਆਉਣਾ ਹੈ, ਉਹਦੇ ਗਿਆਨ ਨੂੰ ਵੀ ਅੰਦਰ ਰੱਖਣਾ ਹਰ ਵਕਤ। ਉਸੇ ਕਰਕੇ ਤਾਂ ਸੰਗਤ ਕਰਾਈ ਹੈ। ਇਹ ਜਿਹੜਾ ਗੁਰਮਤ ਦਾ ਕਨਸੈਪਟ ਹੈ ਗੁਰਬਾਣੀ 'ਚ, ਗੁਰਬਾਣੀ ਬੇਸਡ ਹੈ। ਉਹ ਗੁਰਮਤ ਗੁਰਬਾਣੀ ਬੇਸਡ ਹੈ। ਪਹਿਲੀ ਸਟੇਜ ਗੁਰਬਾਣੀ ਹੈ, ਉਹਦੇ ਵਿੱਚੋਂ ਗੁਰਮਤ ਪੈਦਾ ਹੁੰਦੀ ਹੈ। ਦੋਹਾਂ ਦੇ ਵਿੱਚ ਭੇਦ ਵੀ ਹੈ ਥੋੜ੍ਹਾ ਜਿਹਾ, ਪਿੱਛੇ ਆਪਾਂ ਨੇ ਵਿਚਾਰ ਕਰੀ ਵੀ ਸੀ। ਤੋ ਜਿਹੜੇ ਸਾਡੇ ਵਿਦਵਾਨ ਹੈ ਉਹ ਕੇਵਲ ਗੁਰਬਾਣੀ ਲੈ ਕੇ ਤਰਕ ਵਿਤਰਕ ਕਰਨ ਲੱਗ ਪੈਂਦੇ। ਤਰਕ ਵਿਤਰਕ ਗੁਰਬਾਣੀ 'ਚ ਹੈਗਾ, ਉਹ ਸਾਨੂੰ ਸਮਝਾਉਣ ਖਾਤਰ ਹੈ, ਗੁਰਮਤ ਦਾ ਸਿਧਾਂਤ ਪ੍ਰਗਟ ਕਰਨ ਖਾਤਰ ਹੈ ਜਿਹੜਾ ਉਹ ਤਰਕ ਵਿਤਰਕ ਹੈ। ਜੇ ਜੈਨੀ ਨੂੰ ਕਹਿ ਰਹੇ ਇੱਕ ਜੈਨੀ ਉਜੜ ਪਾਏ, ਉਹ ਸਾਨੂੰ ਸਮਝਾਉਣ ਖਾਤਰ ਹੈ ਵੀ ਉਸ ਤਰ੍ਹਾਂ ਕਰਨ ਦਾ ਕੋਈ ਲਾਭ ਨਹੀਂ ਹੈ। ਲੇਕਿਨ ਗੁਰਮਤ ਨੇ ਫਿਰ ਇਹ ਸਮਝਾ ਦੇਣਾ ਵੀ ਸਭ ਉਸੇ ਦੇ, ਜੈਨੀ ਵੀ ਉਹਦਾ ਹੀ ਹੈ, ਪੰਡਿਤ ਵੀ ਉਹਦਾ ਹੈ, ਸਿੱਖ ਵੀ ਉਹਦਾ ਹੈ, ਅਤੇ ਮੁਸਲਮਾਨ ਭਰਾ ਵੀ ਉਹਦਾ ਹੀ ਹੈ, ਸਭ ਉਸੇ ਦੇ ਤਾਂ ਹੈ। ਸਮਝਾ ਦਿੱਤਾ ਵੀ ਰਸਤਾ ਅਸਲੀ ਇਹ ਹੈ, ਲੇਕਿਨ ਇਹ ਵੀ ਸਮਝਾਤਾ ਵੀ ਸਭ ਤੇਰਾ ਹੀ ਰੂਪ ਹੈ, ਤੂੰ ਹੀ ਵਰਤ ਰਿਹਾ ਫੁੱਲਾਂ 'ਚ ਵੀ ਕੰਡਿਆਂ 'ਚ ਵੀ। ਸਾਨੂੰ ਸਰੋਕਾਰ ਫੁੱਲਾਂ ਥਾਈ ਹੋਣਾ ਚਾਹੀਦਾ।
ਦੇਵੀ ਦੇਵਤੇ ਅਵਤਾਰ ਸਭ ਤੇਰੇ ਹੀ ਤਾਂ ਹੈ। ਦੁਰਗਾ ਵੀ ਤੇਰੀ ਹੈ, ਬਰਿਆਮੀ ਵੀ ਤੂੰ ਹੀ ਹੈ, ਸਭ ਕੁਛ ਤੂੰ ਹੈ। ਨਾਲ ਇਹ ਵੀ ਸਮਝਾਤਾ ਵੀ ਇਹਨਾਂ ਨੂੰ ਛੱਡ ਕੇ ਜਪਣਾ ਇੱਕ ਨੂੰ ਹੈ, ਜੁੜਨਾ ਇੱਕ ਦੇ ਨਾਲ ਹੈ। ਵੱਡੇ ਵੱਡੇ ਮੁਨ ਦੇਵਤੇ ਕਈ ਯੁੱਗ ਤਿਨੀ ਤਨ ਤਾਇਆ, ਕਿਨੀ ਤੇਰਾ ਅੰਤ ਨਾ ਪਾਇਆ। ਹੈ ਉਸੇ ਦੇ, ਫਿਰ ਸੁਣਿਓ ਦੁਬਾਰਾ ਇਸ ਗੱਲ ਨੂੰ ਖਿਆਲ ਨਾਲ, ਹੈ ਸਭ ਕੁਛ ਉਹਦਾ ਹੈ, ਸਭ ਜਗ੍ਹਾ ਉਹ ਵਿਰਾਜਮਾਨ ਹੈ, ਕੋਈ ਉਸ ਤੋਂ ਬਾਹਰ ਨਹੀਂ। ਠੇਕੇ 'ਚ ਬੈਠਾ ਪੀਂਦਾ ਰਿੰਦ ਜਾਂ ਸ਼ਰਾਬੀ ਵੀ ਉਸੇ ਦਾ ਹੈ। ਮਿਸਾਲ ਹੈ ਗੁਰੂ ਸਾਹਿਬ ਨੇ 10ਵੇਂ ਪਾਤਸ਼ਾਹ ਨੇ ਦਿੱਤੀ ਉਹਦੀ। ਪਰ ਆਪਾਂ ਨੇ ਉਹਦੇ ਨਾਲ ਸਰੋਕਾਰ ਨਹੀਂ ਰੱਖਣਾ, ਆਪਾਂ ਨੇ ਅੰਮ੍ਰਿਤ ਛਕਣ ਵਾਲੇ ਨਾਲ ਸਰੋਕਾਰ ਰੱਖਣਾ, ਜਿਹੜਾ ਨਾਮ ਅੰਮ੍ਰਿਤ ਪੀਂਦਾ ਰੋਜ਼ ਛਕਦਾ। ਹਾਲਾਂਕਿ ਹੈ ਸਭ ਜਗ੍ਹਾ ਉਹੀ ਹੈ, ਜਲਾਦਾਂ 'ਚ ਵੀ ਉਹੀ ਹੈ, ਸਿੱਦਕੀ ਜਿਹੜੇ ਜਿਨ੍ਹਾਂ ਦੇ ਉੱਤੇ ਜ਼ੁਲਮ ਹੋ ਰਿਹਾ, ਜਿਨ੍ਹਾਂ ਦੀਆਂ ਗਰਦਨਾਂ ਕੱਟੀਆਂ ਜਾ ਰਹੀਆਂ, ਉਹਨਾਂ ਵਿੱਚ ਵੀ ਉਹੀ ਹੈ। ਅੱਲਾ ਤਾਂ ਉਹੀ ਇੱਕੋ ਹੀ ਹੈ, ਸਾਰੇ ਚਾਰ 'ਚ ਫਿਰੇ ਉਹੀ ਵਰਤ ਰਿਹਾ, ਉਹਦੀ ਖੇਡ ਹੈ, ਪ੍ਰਪੰਚ ਹੈ। ਇੱਥੇ ਬੰਦੇ ਨੂੰ ਲਿਆਉਂਦੀ ਹੈ ਗੁਰਬਾਣੀ ਵੀ ਤੂੰ ਉਹਦੇ ਹੁਕਮ ਵਿੱਚ ਆ ਜਾ, ਜੋ ਹੋ ਰਿਹਾ ਸਭ ਠੀਕ ਹੋ ਰਿਹਾ। ਤੋ ਸਾਧ ਸੰਗਤ ਜੀਓ, ਇਹ ਅੱਜ ਦੀ ਜਿਹੜੀ ਵਿਚਾਰ ਹੈ ਇਹ ਬੇਸ ਕਰੂਗੀ ਆਪਾਂ ਨੂੰ ਹੋਰ ਫਲਸਫਾ ਸਮਝਣ ਖਾਤਰ। ਇਹ ਜਿਹੜਾ ਸ਼ੰਕਰਚਾਰੀਆ ਰਾਮਾਨੁਜ ਆਚਾਰੀਆ ਹੋਏ ਜਿਹੜੇ, ਜਾਂ ਹੋਰ ਵੀ ਕਈ ਥਿੰਕਰ ਹੋਏ, ਮਾਧਵਾਨੰਦਾਚਾਰੀਆ ਹੋਇਆ, ਕਈ ਹੋਰ ਫਿਰਕੇ ਵੀ ਹੋਏ ਹੈ, ਉਹਨਾਂ ਦਾ ਗੁਰਬਾਣੀ 'ਚ ਵੀ ਹਵਾਲਾ, ਉਹਦੇ ਨਾਲ ਨਾਲ ਵਿਚਾਰ ਕਰਾਂਗੇ ਵੀ ਇਹ ਗੁਰਮਤਿ ਵਿੱਚ ਵਿਚਾਰ ਕਿੱਥੋਂ ਆ ਰਿਹਾ ਅਤੇ ਇਹ ਅਸੀਂ ਕਿਵੇਂ ਕਰਨਾ। ਇਹਦਾ ਮਤਲਬ ਇਹ ਨਹੀਂ ਵੀ ਜੇ ਗੁਰਬਾਣੀ 'ਚ ਕੋਈ ਗੱਲ ਆ ਗਈ ਹੈ ਕਿਸੇ ਦੇ ਪ੍ਰਸੰਗ ਵਿੱਚ ਵੀ ਆਪਾਂ ਉੱਦਾਂ ਕਰਨਾ, ਨਹੀਂ। ਉਹ ਦ੍ਰਿਸ਼ਟਾਂਤ ਹੈ, ਉਹ ਦ੍ਰਿਸ਼ਟਾਂਤ ਦੇ ਰਾਹੀਂ ਗੁਰੂ ਸਾਹਿਬ ਨੇ ਜਾਂ ਭਗਤ ਸਾਹਿਬਾਨਾਂ ਨੇ ਆਪਣੀ ਗੱਲ ਸਮਝਾਈ ਹੋਈ ਹੈ, ਉਸ ਗੱਲ ਨੂੰ ਪਕੜਨਾ। ਜਿਹੜੀ ਉਹ ਗੱਲ ਵਿੱਚ ਬਿਹਾਈਂਡ ਦਾ ਲਾਈਨ ਆਈ ਹੋਈ ਹੈ, ਉਸ ਗੱਲ ਨੂੰ ਪਕੜਨਾ। ਜਦੋਂ ਆਪਾਂ ਕੰਪੈਰੇਟਿਵ ਸਟੱਡੀ ਕਰਾਂਗੇ ਤਾਂ ਬਹੁਤ ਬਹੁਤ ਮਨ ਖੁਸ਼ ਹੁੰਦਾ, ਆਨੰਦ ਆਉਂਦਾ ਫਿਰ ਮਨ ਨੂੰ ਵੀ ਗੁਰੂ ਸਾਹਿਬ ਦੀ ਉਡਾਰੀਆਂ ਇੰਨੀਆਂ ਉੱਚੀਆਂ ਸੀਗੀਆਂ। ਵਿਸਮਾਦ ਪੈਦਾ ਹੁੰਦਾ ਮਨ ਵਿੱਚ, ਵਾਹ ਵਾਹ ਨਿਕਲਦਾ ਮਨ 'ਚ, ਤੂੰ ਹੀ ਨਿਕਲਦਾ ਮਨ 'ਚ। ਹੁਣ ਇੱਕ ਵਿਦਵਾਨ ਨੇ ਇਹ ਵੀ ਖਿਆਲ ਦਿੱਤਾ ਹੋਇਆ ਵੀ ਨਹੀਂ ਜੀ ਨਹੀਂ, ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੋਈ ਫਾਇਦਾ ਨਹੀਂ, ਬਈ ਤੂੰ ਹੀ ਕਰਨ ਦਾ ਵੀ ਕੋਈ ਫਾਇਦਾ ਨਹੀਂ। ਭਾਈ ਬਹੁਤ ਫਾਇਦਾ ਹੈ, ਮਿਸਗਾਈਡ ਨਾ ਕਰੋ ਸੰਗਤ ਨੂੰ। ਤੂੰ ਹੀ ਕਹਿਣ ਦੇ ਨਾਲ ਆਪਣੀ ਮੈਂ ਟੁੱਟ ਰਹੀ ਹੈ, ਸਭ ਕੁਛ ਤੂੰ ਹੀ ਹੈ, ਉਹਦੇ ਪਰ ਖਿਆਲ ਜਾ ਰਿਹਾ, ਇਹ ਉਹਦਾ ਗੁਣ ਹੈ। ਹਉਮੈ ਟੁੱਟਣ ਖਾਤਰ ਤੂੰ ਹੀ ਕਹਿਣਾ ਬਹੁਤ ਵਧੀਆ ਗੱਲ ਹੈ। ਦਸ਼ਮੇਸ਼ ਜੀ ਨੇ ਇੱਕ ਜਗ੍ਹਾ 12-13 ਵਾਰੀ ਤੂੰ ਹੀ ਜਪਦੇ ਜਪਦੇ ਸੁਦਾ ਜੁੜ ਗਈ ਕਿਹਾ ਹੋਇਆ। ਸੋ ਗੁਰਮਤਿ ਨੂੰ ਸਮਝਣ ਖਾਤਰ ਸਾਨੂੰ ਜਿੱਥੇ ਸਾਇੰਟੀਫਿਕ ਨਜ਼ਰੀਏ ਦੀ ਲੋੜ ਹੈਗੀ ਹੈ, ਪਰ ਉਹ ਇਹ ਨਹੀਂ ਹੈ ਵੀ ਟੋਟਲੀ ਗੁਰਮਤਿ ਦੇ ਉੱਤੇ ਸਾਇੰਟੀਫਿਕ ਨਜ਼ਰੀਆ ਲਾਗੂ ਹੁੰਦਾ, ਬਿਲਕੁਲ ਨਹੀਂ ਹੁੰਦਾ। ਪਰਮਾਰਥ ਦੇ ਵਿੱਚ ਪਰਮਾਤਮਾ ਦੇ ਉੱਤੇ ਲੌਜੀਕਲ ਸੱਚ ਨਹੀਂ ਲਾਗੂ ਹੁੰਦਾ, ਕੋਈ ਸਿਧਾਂਤ ਨਹੀਂ ਹੁੰਦਾ ਉਹਦੇ ਲਾਗੂ। 2 ਔਰ 2 4 ਹੁੰਦੇ, ਲੌਜੀਕਲ ਸੱਚ ਹੈ, ਸਾਇੰਸ ਦਾ ਸੱਚ ਹੈ, ਲੇਕਿਨ ਪਰਮਾਤਮਾ ਦੇ ਵਿਸ਼ੇ 'ਚ ਏਕਣ ਨਹੀਂ ਹੈ। ਜਿਵੇਂ ਪੋਲੀਟਿਕਸ ਵਿੱਚ ਗਿਣਤੀ ਹੁੰਦੀ ਹੈ, ਉਹ ਗਿਣਤੀ ਵੀ ਅਲੱਗ-ਅਲੱਗ ਅਰਥ ਰੱਖਦੀ ਹੁੰਦੀ ਹੈ, ਉਹ ਜਿਹੜਾ ਪੋਲੀਟਿਕਸ ਖੇਡਦੇ ਆ ਉਹਨਾਂ ਨੂੰ ਸਮਝ ਹੁੰਦੀ ਉਸ ਗੱਲ ਦੀ। ਐਸੇ ਤਰੀਕੇ ਨਾਲ ਪਰਮਾਰਥ ਹੈ ਜਿਹੜਾ, ਇਹਦੇ ਪਰ ਲੌਜੀਕਲ ਸੱਚ ਲਾਗੂ ਨਹੀਂ ਹੁੰਦਾ ਕਦੇ। ਇਹਦੇ ਨਿਯਮ ਕੋਈ ਨਹੀਂ ਹੈ, ਨਾ ਹੀ ਇਹਨੂੰ ਕੋਈ ਛੇਤੀ ਛੇਤੀ ਸਮਝ ਸਕਦਾ, ਜਾਣ ਸਕਦਾ, ਕਿਉਂਕਿ ਜੇ ਉਹੋ ਜਿਹਾ ਹੋਵੇ, ਕੋਈ ਰੱਬ ਵਰਗਾ ਹੋਵੇ, ਉਹ ਜਾਣ ਸਕਦਾ। ਤੋ ਸਾਧ ਸੰਗਤ ਜੀ ਦਿਓ ਆਗਿਆ, ਕੋਈ ਅਪਸ਼ਬਦ ਦੀ ਦੁਬਾਰਾ ਤੋਂ ਦਾਸਰਾ ਖਿਮਾ ਮੰਗਦਾ, ਕਿਉਂਕਿ ਵਿਸ਼ਾ ਹੀ ਐਸਾ ਹੈ, ਇਹਦੀ ਪਕੜ ਤਾਂ ਹੋਣੀ ਬਹੁਤ ਔਖੀ ਹੈ। ਜਿੰਨੀ ਕੁ ਸਮਝ ਆਈ ਹੈ ਸੰਗਤ ਤੋਂ, ਗੁਰੂ ਮਹਾਰਾਜ ਤੋਂ, ਉਨੀ ਆਪ ਜੀ ਦੇ ਨਾਲ ਸਾਂਝੀ ਕਰੀਏ। ਫਿਰ ਵੀ ਕੋਈ ਗਲਤੀ ਹੋਵੇ, ਕਿਸੇ ਨੂੰ ਲੱਗਦੀ ਹੋਵੇ, ਪੁੱਛ ਵੀ ਸਕਦਾ ਦਾਸਰਾ, ਜਵਾਬ ਦੇ ਦਿੰਦਾ ਮੈਂ ਸਭ ਨੂੰ, ਜਿਹੜਾ ਕੋਈ ਪੁੱਛਦਾ, ਜਿੰਨਾ ਕੁ ਮੈਨੂੰ ਪਤਾ, ਜੋ ਉਹਨੇ ਦੱਸਿਆ ਹੋਇਆ, ਯਾਨੀ ਉਹਦੇ ਰਾਹੀਂ ਸਮਝ ਜਿੰਨੀ ਕੁ ਆਈ ਹੋਈ ਹੈ, ਉਹ ਗੱਲ ਕਰੋ। ਫਿਰ ਵੀ ਕੋਈ ਗਲਤੀ ਹੋਵੇ ਤਾਂ ਦਾਸਰਾ ਹੱਥ ਜੋੜ ਕੇ ਖਿਮਾ ਦਾ ਜੱਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।